ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ। ਤੇਰੀ ਸਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ ਰਾਖਾ ਸਰਬ ਅਸਾੜੀ ਜੀਓ। ਸੁਖਾਹੁ ਕਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚਟੀਐ। ਤੁਧ ਵਿਖੇ ਸੱਚੇ ਪਾਤਸ਼ਾਹ ਮਾਰ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਧ ਸਾਹੂ। ਜਿਸ ਪਾਸ ਬੈਠਿਆ ਸੋਹੀਐ ਸਭਨਾ ਨਾਲੇ ਸਾਹੂ। ਜਿਸ ਪਾਸ ਬੈਠਿਆ ਸੋਹੀਐ ਸਭਨਾ ਨਾਲੇ ਸਾਹੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਗੁਰ ਤੇ ਨਿਰਮਲ ਜਾਣੀਐ, ਨਿਰਮਲ ਦੇਹ ਸਰੀਰ। ਨਿਰਮਲ ਸਾਚੂ ਮਨ ਵਸੈ, ਸੋ ਜਾਣੈ ਅਬ ਪੀਰ। ਸਹਜੇ ਤੇ ਸੁਖ ਅਗਲ, ਨਾ ਲਾਗੈ ਜਮ ਤੀਰ। ਭਾਈ ਰੇ ਮੈਲ ਨਾਹੀ, ਨਿਰਮਲ ਜਲ ਨਾਏ। ਨਿਰਮਲ ਸਾਚਾ ਏਕ ਤੂ, ਹੋਰ ਮੈਲ ਭਰੀ ਸਭ ਜਾਏ। ਗੁਰ ਤੇ ਨਿਰਮਲ ਜਾਣੀਐ, ਨਿਰਮਲ ਦੇਹ ਸਰੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਜਬਰ ਤਖਤ ਸ਼ਬਦ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀ ਦੋ ਜਹਾਂ ਹੱਥ ਪੱਦ ਦੇ ਰੱਖੇ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ऐसे दीनदया आत्मोपकारी करना निधान कृपा दी खान सतगुरु पातशाह महाराज जी अपने अपार कृपा रहमत बख्शिश का सदका श्री दशमेश पिता जी श्री कलगीधर जी पंचवादी अमृत दाते सतगुरु साहिब इकबाल बादशाह दरवेश हर्षा दे मालिक नीले दे शाहे अखबार दे तेग दे तनी मर्द अगमरे धन धन साहिब सतगुरु श्री गुरु गोबिंद सिंह साहिब जी महाराज जी के महान पावन पवित्र इतिहासक मुकद्दस मुबारक पाक अस्थान तख्त श्री केसगढ़ साहिब जी विखे हाजरियां भरदियां यात्रा करदियां साहिबां जी दी महान गुर संगत पंगत दा लाहा लै रहे गुरु सवारे गुरु पातशाह जी दी साजी नवाजी गुरु रूप गुरु खालसा गुरु संगत जीओ वड्डियां भागां सदका गुरु बख्शे होए उदम उपराले प्रेरणा द्वारा आप जी ने साहिबां जी के दर्शन परसन करदे सतगुरु नतमस्तक होंदे साहिबां जी के महान स्थान से सतगुरु पातशाह जी की पावन पवित्र बारगाह के अंदर गुर संगत के अंदर बैठ करके साहिबां जी की इलाही दरगाही अमृत बाणी को सरवण करने का सुभाग प्राप्त करके जीवन ਦੀਆਂ ਘੜੀਆਂ ਨੂੰ ਸਮੇਂ ਨੂੰ ਸਵਾਸਾਂ ਨੂੰ ਸਫਲ ਕੀਤਾ ਹੈ। ਸਾहिबां जी ਦੇ ਮਹਾਨ ਪਾਵਨ ਸਥਾਨ ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼ ਧੁਨ ਕੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰਦਿਆਂ ਹੋਇਆ
ਸਾਹਿਬਾਂ ਜੀ ਦੀ ਪਾਵਨ ਬਾਣੀ, ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ, ਸਾਰੇ ਜਪੀਏ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਗੁਰ ਤੇ ਨਿਰਮਲ ਜਾਣੀਐ, ਨਿਰਮਲ ਦੇਹ ਸਰੀਰ। ਗਰੀਬ ਨਵਾਜ ਜਗਤ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਰਸਨਾ ਤੋਂ, ਪਾਵਨ ਪਵਿੱਤਰ ਮੁਖ ਮੰਡਲ ਤੋਂ ਉਚਾਰਨ ਕੀਤਾ ਹੋਇਆ ਪਾਵਨ ਕਲਿਆਣਕਾਰੀ ਉਪਦੇਸ਼, ਜਿਸ ਦੇ ਦੁਆਰਾ ਸਾਨੂੰ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਦਾ, ਲੀਨਤਾ ਦਾ, ਉਸ ਦਾ ਦਰਸ਼ਨ ਦਾਰ ਕਰਨ ਦਾ ਮਾਰਗ ਰਸਤਾ ਦੱਸਦੇ ਹਨ। ਇਸ ਸ਼ਬਦ ਦੀ ਜਿਹੜੀ ਉਠਾਨਕਾ ਲਿਖੀ ਹੈ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ ਉਠਾਨਕਾ ਦੇ ਅੰਦਰ, ਇੱਕ ਨੌਜਵਾਨ ਗੱਭਰੂ ਜੋ ਵੇਦਾਂ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਵਾਲਾ, ਵਾਚਣ ਵਾਲਾ, ਪਰਖਣ ਵਾਲਾ, ਬਹੁਤ ਸਾਰੀ ਵਿਦਿਆ ਜਿਸਨੇ ਪੜ੍ਹੀ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਇਆ ਤੇ ਸਾਹਿਬਾਂ ਨੂੰ ਬੇਨਤੀ ਕੀਤੀ, ਮਹਾਰਾਜ ਪ੍ਰਭੂ ਪਰਮਾਤਮਾ ਅਕਾਲ ਪੁਰਖ ਦਾ ਮਿਲਾਪ ਕਿਵੇਂ ਹੋ ਸਕਦਾ ਹੈ, ਉਸ ਨਾਲ ਜਾਣ ਪਛਾਣ ਕਿਵੇਂ ਬਣ ਸਕਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸਮਝਾਇਆ ਕਿ ਜਿਵੇਂ ਨਿਰਮਲ ਪਾਣੀ ਵਿੱਚ ਨਿਰਮਲ ਪਾਣੀ ਹੀ ਸਮਾਉਂਦਾ ਹੈ। ਆਮ ਅਸੀਂ ਦੇਖਦੇ ਹਾਂ ਕਿ ਸਾਡੇ ਘਰਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਲੱਗੀਆਂ ਹੁੰਦੀਆਂ ਹਨ, ਜਾਂ ਥੋੜ੍ਹਾ ਪਾਣੀ ਹੋਵੇ ਜਾਂ ਬਹੁਤਾ, ਉਹ ਵਿਸ਼ਾ ਨਹੀਂ, ਭਾਵੇਂ ਗਲਾਸ ਪਾਣੀ ਹੋਵੇ, ਪੀਣ ਜੋ ਹੋਵੇ ਤੇ ਕੋਈ ਆ ਕੇ ਉਹਦੇ ਵਿੱਚ ਬਾਹਰ ਗੰਦਾ ਪਾਣੀ ਪਾਉਣਾ ਜਾਏ ਤੇ ਕੀ ਅਸੀਂ ਪਾਉਣ ਦੇਵਾਂਗੇ? ਕਦੀ ਕੋਈ ਬਰਦਾਸ਼ਤ ਨਹੀਂ ਕਰੇਗਾ। ਕਿਸੇ ਦੇ ਘਰ ਦਾ ਕੂੜਾ ਲਿਆ ਕੇ ਕੋਈ ਸਾਡੇ ਬੂਹੇ ਅੱਗੇ ਸੁੱਟੇ, ਮਨੁੱਖ ਨਹੀਂ ਬਰਦਾਸ਼ਤ ਕਰੇਗਾ। ਇਸੇ ਤਰ੍ਹਾਂ ਹੀ ਸਾਹਿਬ ਸਮਝਾਉਣ ਲੱਗੇ ਕਿ ਅਕਾਲ ਪੁਰਖ ਵਾਹਿਗੁਰੂ ਬਹੁਤ ਜ਼ਿਆਦਾ ਨਿਰਮਲ ਹੈ, ਸ਼ੁੱਧ ਹੈ, ਪਵਿੱਤਰ ਹੈ। ਉਹਦੇ ਵਿੱਚ ਮੈਲ ਨਹੀਂ ਸਮਾ ਸਕਦੀ, ਉਹਦੇ 'ਚ ਗੰਦ ਨਹੀਂ ਸਮਾ ਸਕਦਾ। ਜੀਵ ਦੇ ਵਿੱਚ ਔਗਣ ਹਨ, ਐਬ ਹਨ, ਦੋਸ਼ ਹਨ, ਮਨ, ਬਖੇਰ ਤੇ ਅਵਰਨ।
ਇਹ 3 ਪ੍ਰਕਾਰ ਦੀ ਮੈਲ ਗ੍ਰੰਥਾਂ ਵਿੱਚ ਲਿਖੀ ਹੈ। ਗੁਰੂ ਸਾਹਿਬ ਜੀ ਨੇ ਵਾਰ-ਵਾਰ ਹਉਮੈ ਦੀ ਮੈਲ ਦਾ ਜ਼ਿਕਰ ਕੀਤਾ ਹੈ ਤੇ ਜਿੰਨਾ ਚਿਰ ਮਨ ਮੈਲਾ ਹੈ, ਜੀਵ ਮੈਲਾ ਹੈ ਤੇ ਮੈਲੇ ਜੀਵ ਦੀ ਸਮਾਈ ਨਿਰਮਲ ਪਰਮਾਤਮਾ ਦੇ ਵਿੱਚ ਨਹੀਂ ਹੋ ਸਕਦੀ, ਭਾਵੇਂ ਕੋਈ ਲੱਖ ਯਤਨ ਕਰੇ। ਗੁਰੂ ਪਾਤਸ਼ਾਹ ਜੀ ਉਸ ਨੌਜਵਾਨ ਨੂੰ ਸਮਝਾਇਆ ਕਿ ਭਾਈ ਉਹਦੇ ਨਾਲ ਮਿਲਾਪ ਕਰਨ ਵਾਸਤੇ ਨਿਰਮਲ ਹੋਣਾ ਪੈਂਦਾ ਹੈ, ਸ਼ੁੱਧ ਹੋਣਾ ਪੈਂਦਾ, ਪਵਿੱਤਰ ਹੋਣਾ ਪੈਂਦਾ ਹੈ। ਸ਼ੁੱਧ ਤੇ ਨਿਰਮਲ ਪਵਿੱਤਰ ਹੋਣ ਦੀ ਯੁਗਤ ਢੰਗ ਤਰੀਕਾ ਕੀ ਹੈ ਮਹਾਰਾਜ ਤੁਸੀਂ ਸਮਝਾਓ। ਜਦੋਂ ਉਸ ਨੌਜਵਾਨ ਨੇ ਇਹ ਬੇਨਤੀ ਕੀਤੀ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਭਲੇ ਵਾਲਾ ਉਚਾਰਨ ਕੀਤਾ। ਪਹਿਲੀ ਪੰਕਤੀ ਦੇ ਅੰਦਰ ਜਿੱਥੇ ਅਕਾਲ ਪੁਰਖ ਦਾ ਸਰੂਪ ਵਰਣਨ ਕੀਤਾ ਹੈ ਕਿ ਪਰਮਾਤਮਾ ਬੜਾ ਸ਼ੁੱਧ ਹੈ, ਪਵਿੱਤਰ ਹੈ, ਉੱਥੇ ਉਹਨੂੰ ਜਾਣਿਆ ਕਿਵੇਂ ਜਾ ਸਕਦਾ ਹੈ, ਉਹਦੇ ਨਾਲ ਜਾਣ ਪਛਾਣ ਕਿਵੇਂ ਹੋ ਸਕਦੀ ਹੈ, ਉਸ ਦਾ ਵੀ ਜ਼ਿਕਰ ਪਹਿਲੀ ਪੰਕਤੀ ਵਿੱਚ ਹੀ ਕਰ ਦਿੱਤਾ ਹੈ। ਸਿੱਧ ਲੋਕ ਪੁੱਛਦੇ ਸਨ ਕਿਉਂ ਕਰ ਨਿਰਮਲ ਜਾਣੀਏ, ਕਿਉਂ ਕਰ ਨਿਰਮਲ ਹੋ, ਕਿਵੇਂ ਜਾਣਿਆ ਜਾ ਸਕਦਾ ਹੈ ਉਸ ਪਵਿੱਤਰ ਪਰਮਾਤਮਾ ਨੂੰ। ਫਿਰ ਇੱਕ ਹੋਰ ਸਵਾਲ ਸੀ, ਕਿਉਂ ਕਰ ਨਿਰਮਲ, ਕਿਉਂ ਕਰ ਅੰਧਿਆਰਾ, ਜੋ ਤਤ ਵਿਚਾਰ ਹੈ ਸੋ ਗੁਰੂ ਹਮਾਰਾ। ਉਹਨਾਂ ਦਾ ਸਵਾਲ ਸੀ ਕਿ ਬੰਦਾ ਨਿਰਮਲ ਕਿਵੇਂ ਹੋ ਸਕਦਾ ਕਿ ਜੀਵਨ ਵਿੱਚੋਂ ਅੰਧਕਾਰ, ਅਗਿਆਨਤਾ ਦਾ ਹਨੇਰਾ, ਵਿਦਿਆ ਦਾ ਹਨੇਰਾ ਕਿਵੇਂ ਦੂਰ ਹੋ ਸਕਦਾ। ਸਾਹਿਬਾਂ ਦਾ ਬਚਨ ਸੀ, ਸਤਿਗੁਰੂ ਮਿਲਾ ਹੈ ਅੰਧੇਰਾ ਜਾਏ। ਗੁਰੂ ਨੂੰ ਮਿਲ ਕਰਕੇ ਹੀ ਜੀਵਨ 'ਚੋਂ ਹਨੇਰਾ ਮੁੱਕਦਾ ਹੈ। ਗੁਰੂ ਦੇ ਸ਼ਬਦ ਦੀ ਗਵਾਹੀ ਕੀਤਿਆਂ ਹੀ ਹਉਮੈ ਦੀ ਮੈਲ ਕੱਟੀ ਜਾਂਦੀ ਹੈ ਤੇ ਜੀਵ ਸ਼ੁੱਧ, ਨਿਰਮਲ, ਪਵਿੱਤਰ ਹੋ ਜਾਂਦਾ ਹੈ। ਪਵਿੱਤਰ ਜੀਵ ਦਾ ਮਿਲਾਪ ਹੀ ਵਾਹਿਗੁਰੂ ਪਰਮੇਸ਼ਰ ਨਾਲ ਹੁੰਦਾ ਹੈ। ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਫਰਮਾ ਰਹੇ ਨੇ, ਗੁਰ ਤੇ ਨਿਰਮਲ ਜਾਣੀਏ। ਤੇ ਦਾ ਅਰਥ ਹੈ ਤੂੰ, ਗੁਰ ਤੇ ਕਿਹਦੇ ਤੋਂ ਨਿਰਮਲ ਪਰਮਾਤਮਾ ਜਾਣਿਆ ਜਾਂਦਾ ਹੈ, ਗੁਰੂ ਤੋਂ। ਥਾਵਾਂ ਥਾਵਾਂ ਤੇ ਬਾਣੀ ਅੰਦਰ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰੂ ਤੋਂ ਬਿਨਾਂ ਆਤਮਾ ਦੇ ਮਾਰਗ ਦੀ, ਸਤਿਗੁਰੂ ਦੀ ਵਡਿਆਈ ਦੀ ਸਮਝ ਪੈ ਹੀ ਨਹੀਂ ਸਕਦੀ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਵਾਰ ਵਾਰ ਹੈ ਮੇਰੇ ਮਨ ਤੋਂ ਗੁਰੂ ਗੁਰੂ ਜਾਪੋ। ਗੁਰੂ ਗੁਰੂ ਗੁਰ ਕਰ ਮਨ ਹੋਰ, ਗੁਰੂ ਬਿਨਾ ਮੈਂ ਨਾਹੀ ਹੋ। ਨਾਲ ਦੱਸ ਦਿੱਤਾ, ਗੁਰ ਜੈਸਾ ਨਾਹੀ ਕੋ ਦੇਵ। ਕੋਈ ਦੇਵਤਾ ਗੁਰੂ ਵਰਗਾ ਨਹੀਂ, ਗੁਰੂ ਦੇ ਸੰਦਰਸ਼ ਨਹੀਂ। ਨਾਲ ਇਹ ਵੀ ਕਹਿ ਦਿੱਤਾ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਵੇਖੈ ਦਾਤ। ਉਹ ਗੁਰੂ, ਉਸ ਗੁਰੂ ਤੋਂ ਨਿਰਮਲ ਜਾਣੀਏ। ਨਿਰਤਾ ਹੈ ਰਹਿਤ ਤੇ ਬਲ ਦਾ ਅਰਥ ਹੁੰਦਾ ਮੈਲ। ਜਿਹੜਾ ਮੈਲ ਤੋਂ ਰਹਿਤ ਤੇ ਉਹ ਕੌਣ ਹੈ? ਪਵਿੱਤਰ ਪਰਮਾਤਮਾ ਅਕਾਲ ਪਰਮੇਸ਼ਰ ਜੀ। ਉਹ ਆਪ ਵੀ ਨਿਰਮਲ ਹੈ, ਉਹਦਾ ਨਾਮ ਵੀ ਨਿਰਮਲ ਹੈ। ਨਿਰਮਲ ਉਦਕ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕਾਮ। ਇਸ ਵਚਨ ਅੰਦਰ ਸਾਹਿਬਾਂ ਨੇ ਅਕਾਲ ਪੁਰਖ ਨੂੰ ਉਹਦੇ ਨਾਮ ਨੂੰ ਵਡਿਆਇਆ ਹੈ। ਨਿਰਮਲ ਦਾ ਅਰਥ ਹੈ ਪਵਿੱਤਰ। ਉਦਕ ਹੁੰਦਾ ਪਾਣੀ, ਨਿਰਮਲ ਉਦਕ ਗੋਬਿੰਦ ਕਾ ਨਾਮ। ਵਾਹਿਗੁਰੂ ਦਾ ਨਾਮ ਉਹ ਨਿਰਮਲ ਪਵਿੱਤਰ ਜਲ ਹੈ ਜਿਸ ਵਿੱਚ ਮੱਜਨ ਕਰਤ ਇਸ਼ਨਾਨ ਕੀਤਿਆਂ ਸਭ ਪੂਰਨ ਕਾਮ। ਕੋਈ ਕੰਮ ਅਧੂਰਾ ਰਹਿ ਨਹੀਂ ਜਾਂਦਾ, ਸਾਰੇ ਕੰਮ ਹੀ ਸਫਲ ਹੋ ਜਾਂਦੇ ਹਨ। ਨਿਤਨੇਮ ਦੇ ਵਿੱਚ ਗੁਰੂ ਕੇ ਸਿੱਖ ਰੋਜ਼ ਪੜ੍ਹਦੇ ਨੇ। 2 ਪੌੜੀਆਂ ਹਨ, 19ਵੀਂ ਪੌੜੀ ਤੇ 20ਵੀਂ ਪੌੜੀ, ਜਿਹਦੇ ਅੰਦਰ ਸਾਹਿਬਾਂ ਨੇ ਨਿਰਮਲਤਾ ਦਾ ਜ਼ਿਕਰ ਕੀਤਾ। ਇਹ ਸਮਝਾਇਆ ਹੈ ਕਿ ਜਿਹੜਾ ਜੀਵਨ ਨਿਰਮਲ ਪਵਿੱਤਰ ਹੈ ਉਹੀ ਪਵਿੱਤਰ ਪਰਮਾਤਮਾ ਦੇ ਨਾਲ ਜੁੜਦਾ ਹੈ, ਸਾਂਝ ਪਾਉਂਦਾ ਹੈ। ਤੇ ਜਿਹੜੇ ਕੇਵਲ ਵਿਖਾਵਾ ਕਰਦੇ ਨਿਰਮਲ ਹੋਣ ਦਾ, ਉਹਨਾਂ ਦਾ ਦੂਰ ਦਾ ਵੀ ਨਾਤਾ ਨਹੀਂ ਜੁੜਦਾ। ਤੇ ਸਾਹਿਬਾਂ ਦਾ ਬਚਨ ਹੈ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ। ਜੀਓ ਤਾਂ ਮੈਲੇ
तिनी जन्म जूए हारिया, ये तिसना वड्डा रोग लगा, मरण बनो विसारिया। ये उन्हां दी हालत जिहड़े दावा करदे जे असीं निर्मल पवित्र हां, तां गुरु अंदरों देखदा है। ते एक और है जीओ निर्मल बाहरों निर्मल, बाहरों तां निर्मल जीओ निर्मल। सतगुर दे करनी कुमानी, कूड़ की सोए पहुँचे नाही, मनसा सच समानी। जन्म रतन जिनी खटिया, भले से मन जारे, कहे नानक जिन मन निर्मल सदा रह। किहदे नाल रहिंदे हन? गुरु परमेश्वर दे नाल, गुरु नाल मिले रहिंदे हन, सदा रह गुरु नाल दे। गुरु परमेश्वर विच लीन रहिंदे ने, किहड़े? जिहड़े पवित्र जीवन वाले हन। गुर ते निर्मल जाणिए, गुरु दे कोलों ही उस निर्मल शुद्ध स्वरूप परमात्मा नूं जाणिए दा अर्थ है जाणिया जाता है। ते जदों जान लईए, निर्मल देह शरीर, मनुख दा देह ते शरीर दो चीज़ां हन। देह तो भाव इत्थे सूक्ष्म शरीर है, दोवां दे विच ही सहब कहंदे ने निर्मलता ही आ जाती है। बाहरी तौर ते शरीर भी ते अंदर दी देह जिहड़ी सूक्ष्म काया है, जिसनूं कारण शरीर भी आख्या जाता, जो 17 तत्तां दा जां सूक्ष्म शरीर जिसनूं कहा जाता है, वो भी निर्मल ते पवित्र हो जाता है। कदों जो मालक नाल जुड़ जाइए, पहला दैवी गुणां दे नाल जो हिरदा निर्मल ते शुद्ध हो जाए, सैल कहंदे देह ते शरीर जो निर्मल हो जाए ना, फिर ही निर्मल परमात्मा वाहिगुरु जी नूं गुरु द्वारा जानिया जाता। ते जानन दा अर्थ की हुंदा है? ਉਹਦੇ ਨਾਲ ਸਾਂਝ ਪੈ ਜਾਣੀ, ਜਾन पछाण हो जानी। ਅਸੀਂ ਕਹਿੰਦੇ ਨਾ ਮੈਂ ਫਲਾਣੇ ਨੂੰ ਜਾਣਦਾ ਹਾਂ, ਤੇ ਜਾਣ ਦਾ ਤਾਂ ਭਾਵ ਅਰਥ ਕੀ ਮੇਰੀਆਂ ਨਜ਼ਦੀਕੀਆਂ ਹਨ ਉਹਦੇ ਨਾਲ। ਜਿਹੜਾ ਦੂਰ ਦਾ ਹੋਵੇ ਉਹਨੂੰ ਜਾਣਿਆ ਨਹੀਂ ਜਾਂਦਾ, ਵੇਖਿਆ ਜ਼ਰੂਰ ਜਾਂਦਾ ਹੈ। ਜਾਣਿਆ ਉਸੇ ਨੂੰ ਜਾਂਦਾ ਜਿਹਦੇ ਨਾਲ ਸਾਂਝ ਹੋਵੇ। ਸੋ ਸਾਹਿਬ ਕਹਿੰਦੇ ਗੁਰੂ ਦੁਆਰਾ ਹੀ ਜਾਣਿਆ ਜਾਂਦਾ ਹੈ, ਤੇ ਜਿਨ੍ਹਾਂ ਜਾਣ ਲਿਆ ਨਾ ਉਹਨਾਂ ਦਾ ਸੂਖਮ ਸਰੀਰ ਤੇ ਬਾਹਰੀ ਅਸਥੂਲ ਸਰੀਰ ਦੋਵੇਂ ਹੀ ਨਿਰਮਲ ਹੋ ਗਏ। ਨਿਰਮਲ ਸਾਚੋ ਮਨ ਵਸੈ, ਸੋ ਜਾਣੈ ਅਬ ਪੀਰ। ਉਹ ਵਾਹਿਗੁਰੂ ਨਿਰਮਲ ਸ਼ੁੱਧ ਹੈ। ਇੱਕ ਥਾਂ ਤੇ ਸਾਹਿਬ ਕਹਿੰਦੇ ਨੇ ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ, अंत न अंता सदा बेअंता, कहो नानक ऊंचो ऊंचा। दो बारी शब्द क्या ने? निर्मल निर्मल, फिर अगे 4 बारी सूचो सूचा सूचो सूचा। बड़ा सुचा है, बड़ा पवित्र है, ते पवित्र नाल पवित्र आत्मा ही मिल सकती। गंदी भैड़ी दे कुछ ही आत्मा नहीं मिल सकती। एक दृष्टांत सियाणियां ने बड़ा सोहना दिता है। एक साधु आया किसी माई के पास, माई कुछ खाण वास्ते है, कहते माई ने खीर बनाई सी, 1-2 दिन पहला थोड़ी जी वधी सी, बनाई अपने बच्चों वास्ते सी। ते जदों उसने वो खीर देनी चाहिए ते नाल ही कह दिता कि साधु को रब की गल सुना। वो कहने लगा आवांगा 1-2 दिन ठहर करके फिर सुनावांगा। वो तुर गया। 1-2 दिन बाद फिर आया, फिर माई ने वही सवाल किया। तो खीर ने साभी से कहते हो अगे जो कहन लगी लै वाले साधु ने लोटा के किया ते लोटे में गंदगी गंद पाया, विष्टा पाया। माई ने जो कड़छी अगे की पाउन लगी, कहते छेती नाल पछां हाथ खिंच लिया, कहन लगी साधु तू तो बड़ा गंदा है, बड़ा बुरा है, किन्नी पवित्र खीर है ते तू इन्ने गंदे भांडे च पाउणी चाहुंदा है, पहले भांडा साफ कर ले। साधु कहन लगा माई तेरे सवाल का जवाब है जो तू कहा सी ना कि तू रब की गल सुना, तू रब की प्राप्ति की इच्छा रखती है, पर हिरदा इन्ना गंदा है, जेकर गंदे भांडे च खीर नहीं ना पै सकती, गंदे हिरदे च नाम भी नहीं पै सकता, गंदे हिरदे च नाम की विचार भी नहीं टिक सकती। गुरु पातशाह कहते अकाल पुरख निर्मल है, भैड़े हिरदे में उहदा वास्ता नहीं। भैड़ा हिरदा कहना जिथे हौमे है, हंगता है, ममता है, क्रूरता है, कठोरता है, मन की मत है,
ਭੁਜਤਾਂ ਹਨ, ਤਰਕਾਂ ਹਨ, ਕੁਤਰਕਾਂ ਹਨ, ਸ਼ਬਦ ਸਪਰਸ਼ ਰਸ ਰੂਪ ਗੰਧ ਕਾਮ ਕ੍ਰੋਧ ਲੋਭ ਇੱਕ ਅਵਗਣ ਨਹੀਂ। ਜਿੱਥੇ ਸਭ ਕੁਝ ਹੈ ਉੱਥੇ ਪ੍ਰਮਾਤਮਾ ਨਹੀਂ। ਸੋ ਪਰਮਾਤਮਾ ਉਸ ਹਿਰਦੇ ਵਿੱਚ ਜਿੱਥੇ ਇਹ ਸਾਰਾ ਗੰਦਮੰਦ ਸਾਫ਼ ਹੋ ਗਿਆ, ਜਿਸ ਦਾ ਹਿਰਦਾ ਰੂਪੀ ਵਿਹੜਾ ਸਵੱਛ ਹੋ ਗਿਆ, ਨਿਰਮਲ ਸਾਚੋ ਮਨ ਵਸੈ। ਉਹ ਨਿਰਮਲ ਪਰਮਾਤਮਾ ਸਾਚੋ ਸੱਚਾ ਜਦੋਂ ਮਨ ਵਿੱਚ ਵਸ ਜਾਂਦਾ ਨਾ, ਸੋ ਜਾਣ ਅਬ ਪੀਰ। ਅਬ ਦਾ ਅਰਥ ਹੈ ਹਿਰਦਾ। ਤੁਹਾਡੇ ਹਿਰਦੇ 'ਚ ਕਿਸ ਗੱਲ ਦੀ ਪੀੜਾ ਹੈ, ਤੁਹਾਨੂੰ ਤਕਲੀਫ ਕੀ ਹੈ, ਦੁੱਖ ਕੀ ਹੈ, ਉਹ ਬਾਣੀ ਨੇ ਆ ਕੇ ਦੱਸੇਗਾ। ਸਹਿਜ ਕਹਿੰਦੇ ਪਰਮਾਤਮਾ ਹਿਰਦੇ 'ਚ ਵਸਦਾ ਆਪ ਜਾਣਦਾ ਹੈ। ਤਾਂ ਇਹ ਸਹਿਬਾ ਕਹਿੰਦਾ ਕਿ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗੇ ਕੀਤੇ ਅਰਦਾਸ। ਉਹਨੂੰ ਪਤਾ ਹੈ ਕਿਉਂਕਿ ਅੰਤਰਜਾਮੀ ਹੈ, ਉਹ ਹਿਰਦੇ ਘਰ ਵਿੱਚ ਵਸਦਾ ਹੈ। ਤੁਹਾਡੀ ਹਿਰਦੇ ਦੀ ਪੀੜਾ ਨੂੰ, ਵੇਦਨਾ ਨੂੰ, ਦੁੱਖ ਤੇ ਤਕਲੀਫ ਨੂੰ ਸਹਿਬ ਕਹਿੰਦੇ ਸਾਰੇ ਕੁਛ ਨੂੰ ਜਾਣਦਾ ਹੈ, ਉਹ ਸਮਝ ਲੈਂਦਾ ਹੈ। ਸਹਜ ਤੇ ਸੁਖ ਅਗਰੂ ਨਾ ਲਾਗੈ ਜਮਸੀਰ। ਜਿਹਦੇ ਹਿਰਦੇ ਵਿੱਚ ਵਸ ਗਿਆ, ਸਹਿਜੇ ਦਾ ਅਰਥ ਹੈ ਗਿਆਨ, ਸਹਿਜੇ ਦਾ ਅਰਥ ਹੈ ਆਤਮਿਕ ਅਡੋਲਤਾ। ਉਹ ਪੈਦਾ ਹੋ ਜਾਂਦੀ ਹੈ ਤੇ ਉਸ ਆਤਮਿਕ ਅਡੋਲਤਾ ਗਿਆਨ ਤੇ ਦਾ ਅਰਥ ਹੈ ਤੋਂ ਸੁਖ ਅਗਰੂ। ਸੁਖ ਦਾ ਅਰਥ ਆਪ ਨੂੰ ਪਤਾ ਹੈ, ਅਗਰੂ ਦਾ ਅਰਥ ਹੈ ਬਹੁਤਾ ਜ਼ਿਆਦਾ। ਉਹਨੂੰ ਬੜਾ ਭਾਰੀ ਸੁਖ ਪ੍ਰਾਪਤ ਹੁੰਦਾ ਤੇ ਨਾ ਲਾਗੇ ਜਮ ਤੀਰ। ਬਾਣੀ ਦੇ ਅੰਦਰ ਸਾਹਿਬਾਂ ਨੇ ਜਦੋਂ ਜਮ ਦੀ ਵਿਆਖਿਆ ਕੀਤੀ ਹੈ, ਜਮ ਨੂੰ ਬੜਾ ਭਿਆਨਕ ਦੱਸਿਆ ਹੈ, ਕਰੜਾ ਦੱਸਿਆ ਤੇ ਉਹਦੇ ਹੱਥ 'ਚ ਡੰਡਾ ਵੀ ਦੱਸਿਆ ਹੈ, ਉਹਦੇ ਸ਼ਸਤਰ ਦਾ ਜ਼ਿਕਰ ਕੀਤਾ। ਇੱਥੇ ਸਾਹਿਬ ਕਹਿ ਰਹੇ ਨੇ ਜਮ ਦੇ ਹੱਥ 'ਚ ਤੀਰ ਵੀ ਹੁੰਦਾ ਹੈ, ਉਹ ਬੜਾ ਭਿਆਨਕ ਤੀਰ ਮਾਰਦਾ ਹੈ ਤੇ ਜੀਵ ਆਤਮਾ ਨੂੰ ਵਿਧ ਦਿੰਦਾ ਹੈ, ਦੁਖੀ ਕਰਦਾ ਹੈ। ਤੇ ਜਿਹਨੂੰ ਅਗਲੋ ਸੁਖ ਪ੍ਰਾਪਤ ਹੋ ਗਿਆ ਨਾ, ਆਤਮਾ ਦਾ ਸੁਖ, ਨਾ ਲਾਗੇ ਜਮ ਤੀਰ। ਜਮਾਂ ਦਾ ਤੀਰ ਉਹਨੂੰ ਨਹੀਂ ਲੱਗਦਾ। ਕਿਹਨੂੰ ਜਮਾਂ ਦਾ ਤੀਰ ਨਹੀਂ ਲੱਗਦਾ? ਜਿਹਦੇ ਕੋਲ ਨਾਮ ਦਾ ਤੀਰ ਹੈ। ਬੀਬੀ ਹਰਹਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਾਲੀ, ਸਾਡੇ ਮਾਤਾ ਮਾਂ ਗੰਗਾ ਜੀ ਦੀ ਛੋਟੀ ਭੈਣ, ਬੇਨਤੀ ਕੀਤੀ ਸੀ, ਮਹਾਰਾਜ ਵਿਕਾਰ ਔਗਣ ਬੜੇ ਪ੍ਰਬਲ ਨੇ, ਇਹਨਾਂ ਤੇ ਫਤਿਹ ਪਾ ਕੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਤਾਂ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਜੁਗਤ ਦੱਸੀ ਸੀ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ। ਜਿਹੜੇ ਤਿੱਖੇ ਪਰਮਾਤਮਾ ਦਾ ਨਾਮ ਧਿਆਉਣਾ, ਤਿੱਖੇ ਬਾਣ ਤੀਰ ਚਲਾਉਣੇ ਹਨ। ਤੇ ਇਹ ਭਿਆਨਕ ਦੂਤ ਪੰਜ ਸਤਾਵੇ ਦੂਤ ਕਮਲ ਬਿਨ ਮਾਰਨੇ। ਕਿਹੜੀ ਵਿਧੀ ਇਹਨਾਂ ਨੂੰ ਮਾਰਨ ਦੀ ਢੰਗ ਤਰੀਕਾ ਤੇ ਸਾਹਿਬਾਂ ਕਿਹਾ ਨਾਮ ਦੇ ਤੀਰ ਚਲਾਉਣੇ ਚਾਹੀਦੇ ਹਨ। ਮੇਰੋ ਮਨ ਨਾਮ ਲੱਗੋ ਹਰ ਤੀਰ। ਨਾਮ ਦਾ ਤੀਰ ਇੱਥੇ ਸਾਹਿਬ ਜ਼ਿਕਰ ਕਰਦੇ ਜਮਾਂ ਦਾ ਤੀਰ। ਉਹਨੂੰ ਆ ਕੇ ਜਮਾਂ ਦਾ ਤੀਰ ਨਹੀਂ ਲੱਗਦਾ, ਜਿਹਨੂੰ ਸਹਿਜੇ ਆਤਮ ਗਿਆਨ ਪ੍ਰਾਪਤ ਹੋ ਕੇ ਆਤਮਿਕ ਸੁਖ ਪ੍ਰਾਪਤ ਹੋ ਜਾਂਦਾ ਹੈ। ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ। ਭਾਈ ਰਹੇ ਮੇਰੇ ਭਾਈ ਭਰਾਵੋ ਵੀਰੋ, ਮੈਲ ਨਾਹੀ, ਉਹਨਾਂ ਦੇ ਹਿਰਦੇ 'ਚ ਕਿਸੇ ਤਰ੍ਹਾਂ ਦੀ ਮੈਲ ਨਹੀਂ ਰਹਿੰਦੀ। ਹਿਰਦਾ ਮੈਲਾ ਨਹੀਂ ਹੁੰਦਾ। ਕਿੰਨਾ ਦਾ? ਨਿਰਮਲ ਜਲ ਨਾਏ। ਜਿਹੜੇ ਨਿਰਮਲ ਜਲ ਦੇ ਨਾਲ ਨਹਾ ਲੈਂਦੇ। ਔਰ ਗੰਦੇ ਮੰਦੇ ਪਾਣੀ ਨਾਲ ਕੋਈ ਨਹਾਵੇਗਾ ਤੇ ਨਹੀਂ ਨਾ ਸਰੀਰ ਸਾਫ਼ ਹੋਵੇਗਾ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਗੰਗਾ ਜਲ ਗੁਰ ਗੋਬਿੰਦ ਨਾਮ। ਲੋਕੀ ਗੰਗਾ ਵਿੱਚ ਨਹਾ ਕੇ ਸਮਝਦੇ ਸਨ ਅਸੀਂ ਪਵਿੱਤਰ ਹੋ ਗਏ। ਤੇ ਗੁਰੂ ਪਾਤਸ਼ਾਹ ਕਹਿੰਦੇ ਗੰਗਾ ਦਾ ਜਲ ਜਿਹੜਾ ਨਾ, ਗੋਬਿੰਦ ਦਾ ਨਾਮ ਹੀ ਗੰਗਾ ਦਾ ਜਲ ਹੈ। ਉਸ ਗੰਗਾ ਦੇ ਜਲ ਵਿੱਚ ਨਹਾ ਕੇ ਨਿਰਮਲ ਜਲ ਨਹਾਏ, ਉਹ ਨਿਰਮਲ ਜਲ ਆਖਿਆ। ਪਵਿੱਤਰ ਜਲ ਵਿੱਚ ਨਹਾ ਕਰਕੇ ਕਿਸੇ ਪ੍ਰਕਾਰ ਦੀ ਔਗਣਾਂ ਦੀ, ਐਬਾਂ ਦੀ ਮੈਲ ਨਹੀਂ ਰਹਿ ਜਾਂਦੀ। ਹਉਮੈ ਦੀ ਮੈਲ ਸਾਰੀ ਧੁੱਪ ਜਾਂਦੀ ਹੈ। ਕਿਵੇਂ ਧੁੱਪਦੀ ਹੈ? ਦ੍ਰਿਸ਼ਟਾਂਤ ਦੇ ਪ੍ਰਮਾਣ ਸਾਹਿਬਾਂ ਨੇ ਜਪਜੀ ਸਾਹਿਬ ਜੀ ਦੇ ਅੰਦਰ ਹੀ ਦਿੱਤਾ ਹੈ। ਜਦੋਂ ਸਾਨੂੰ ਸਮਝਾਇਆ ਕਿ ਮੂਦ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਬਹੁਤ ਧੋਏ। ਇਹ ਤਾਂ ਸਾਡੇ ਸਾਹਮਣੇ ਨਾ, ਗੰਦਾ ਮੰਦਾ ਕੱਪੜਾ ਹੋਵੇ ਤੇ ਸਾਬਣ ਲਾ ਕੇ ਪਾਣੀ ਲਾ ਕੇ ਧੋ ਲਈਦਾ। ਤੇ ਮੱਤ ਮੈਲੀ ਹੋ ਜਾਏ ਫਿਰ ਕੀ ਕਰੀਏ? ਭਰੀਏ ਮੱਤ ਪਾਪਾਂ ਕੈ ਸੰਗ, ਉਹ ਧੋਵੈ ਨਾਵੈ ਕੈ ਰੰਗ। ਨਾਮ ਦੇ ਜਲ ਨਾਲ ਪਾਪਾਂ ਨਾਲ ਲਿਬੜੀ ਹੋਈ ਮੈਲ ਧੁੱਪ ਜਾਂਦੀ ਹੈ।
ਸਾਹਿਬ ਕਹਿੰਦੇ ਫਿਰ ਉਸ ਹਿਰਦੇ ਵਿੱਚ ਕਿਸੇ ਪ੍ਰਕਾਰ ਦੀ ਮੈਲ ਨਹੀਂ ਰਹਿੰਦੀ। ਨਿਰਮਲ ਸਾਚਾ ਏਕ ਤੂ ਹੋਰ ਮੈਲ ਭਰੀ ਸਭ ਜਾਏ। ਇਹ ਰਹਾਉ ਵਾਲਾ ਬੰਦ ਹੈ। ਸਾਹਿਬ ਅਕਾਲ ਪੁਰਖ ਨਾਲ ਸਿੱਧਾ ਬਚਨ ਕਰਦੇ ਹੋਏ ਫਰਮਾ ਰਹੇ ਨੇ, ਇਹ ਅਕਾਲ ਪੁਰਖ ਇੱਕੋ ਇੱਕ ਤੂੰ ਹੀ ਨਿਰਮਲ ਹੈ ਤੇ ਸੱਚਾ ਵੀ ਤੂੰ ਹੈ। ਹੋਰ ਮੈਲ ਭਰੀ ਸਭ ਜਾਏ, ਜਾਏ ਦਾ ਅਰਥ ਹੈ ਜਗ੍ਹਾ। ਹਾਂ, ਬਾਕੀ ਜਿੰਨੀਆਂ ਵੀ ਜਾਏ ਹਿਰਦੇ ਰੂਪੀ ਜਗ੍ਹਾ, ਸਰੀਰਾਂ ਰੂਪੀ ਜਗ੍ਹਾ, ਥਾਵਾਂ ਨਾ ਉਹ ਸਾਰੀਆਂ ਮੈਲ ਨਾਲ ਭਰੀਆਂ ਨੇ। ਇੱਥੋਂ ਤੱਕ ਤੀਰਥ ਸਥਾਨ ਵੀ ਗੁਰੂ ਸਾਹਿਬ ਤੱਕ ਬਚਨੇ, ਤੀਰਥ ਜਾਓ ਤਾਂ ਹਉ ਕਰਦੇ ਪੰਡਤ ਪੁੱਛੋ ਤਾਂ ਹਉਮੈ ਰਾਤੇ। ਇਹ ਕੀ ਹੈ? ਇਹ ਤਾਂ ਮੈਲ ਹੀ ਹੈ। ਤੀਰਥਾਂ ਤੇ ਜਾਓ ਤੇ ਉੱਥੇ ਵੀ ਲੋਕ ਮੈਂ ਹੀ ਕਰਦੇ, ਮੈਲ ਭਰੀ ਪਈ ਹੈ। ਸਾਹਿਬ ਕਹਿੰਦੇ ਹੋਰ ਮੈਲ ਭਰੀ ਸਭ ਜਾਏ। ਆਪ ਦਾਸ ਨੇ ਕੰਨਾਂ ਨਾਲ ਸੁਣਿਆ ਸੀ, ਉੱਚੇ ਪਹਾੜ ਵਾਲੀ ਦੀ ਯਾਤਰਾ ਕਰਨ ਵਾਸਤੇ ਲੋਕ ਸਾਉਣ ਦੇ ਮਹੀਨੇ 'ਚ ਬੜੇ ਆਉਂਦੇ, ਮਾਲਵੇ ਦੇ ਵਿੱਚੋਂ ਖਾਸ ਕਰ। ਕਈ ਤਾਂ ਲੰਮੇ ਪੈ ਕਰਕੇ ਜਾਂਦੇ ਨੇ ਨੈਣਾ ਦੇਵੀ ਦੇ ਦਰਸ਼ਨ ਕਰਨ ਵਾਸਤੇ, ਤੇ ਸਾਈਕਲਾਂ ਤੇ ਆਉਂਦੇ ਕੱਛੇ ਬਲੇਨਾ ਪਾ ਕੇ। ਆਪ ਸੁਣਿਆ ਸੀ ਕੰਨਾਂ ਦੇ ਨਾਲ, ਕਹਿ ਰਿਹਾ ਸੀ ਮੇਰੀ ਇੰਨੀ ਯਾਤਰਾ, ਮੈਂ 5ਵੀਂ ਵਾਰੀ ਆਇਆ। ਕੋਈ ਕਹਿੰਦਾ ਮੈਂ 6ਵੀਂ ਵਾਰੀ ਆ, ਤੂੰ ਪਹਿਲੀ ਵਾਰੀ ਆਇਆ ਹੈ। ਜਿਹੜਾ ਪਹਿਲੀ ਵਾਰੀ ਆਇਆ ਉਹਨੂੰ ਸਮਝੇ ਜੀ ਇਹ ਸਾਡੇ ਤੋਂ ਬੜਾ ਪਿੱਛੇ, ਤੇ ਜਿਹੜਾ ਕਹਿੰਦਾ ਮੈਂ 5ਵੀਂ ਵਾਰੀ ਆ ਕੇ ਤੇ 10-20 ਨੂੰ ਸੁਣਾਉਂਦਾ ਹੈ, ਇਹੋ ਹੀ ਮੈਲ ਹੁੰਦੀ ਹੈ। ਇਹਨੂੰ ਹੰਗਤਾ, ਮਮਤਾ ਤੇ ਹਉਮੈ ਦੀ ਮੈਲ ਕਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਇੱਕੋ ਪਰਮਾਤਮਾ ਹੀ ਨਿਰਮਲ ਪਵਿੱਤਰ ਹੈ। ਬਾਕੀ ਸਾਰੇ ਥਾਵਾਂ ਤੇ ਹੰਗਤਾ, ਮਮਤਾ, ਹਉਮੈ, ਵਿਕਾਰਾਂ, ਔਗੁਣਾਂ ਦੀ ਮੈਲ ਭਰੀ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ, ਹਰਿ ਕਾ ਮੰਦਰ ਸੋਹਣਾ ਕੀਆ ਕਰਨ ਹਾਰ। ਹਰੀ ਦਾ ਮੰਦਰ ਕਿਹੜਾ ਹੈ? ਮੰਦਰਾਂ ਦਾ ਜ਼ਿਕਰ ਸਾਹਿਬਾਂ ਨੇ ਬਾਣੀ 'ਚ ਕੀਤਾ ਹੈ। ਜੇ ਪ੍ਰਸਾਦ ਬਸੇ ਸੁਖ ਮੰਦਰ, ਇਸੇ ਧਿਆਏ ਸਦਾ ਮਨ ਅੰਦਰ। ਇੱਕ ਤਾਂ ਸਾਡਾ ਘਰ ਹੈ, ਉਹਨੂੰ ਵੀ ਮੰਦਰ ਕਿਹਾ ਹੈ। ਇੱਕ ਹਰ ਮੰਦਰ ਇਹੋ ਸਰੀਰ ਹੈ। ਇੱਕ ਮੰਦਰ ਹੈ ਸਾਡਾ ਸਰੀਰ, ਜਿਹਨੂੰ ਹਰੀ ਦਾ ਮੰਦਰ ਕਿਹਾ। ਇੱਥੇ ਹਰ ਕਾ ਮੰਦਰ ਦਾ ਅਰਥ ਹੈ ਸੰਸਾਰ ਮੰਦਰ। ਮੰਦਰ ਦਾ ਅਰਥ ਆਪ ਨੂੰ ਪਤਾ ਹੀ ਹੈ, ਘਰ ਨੂੰ ਮੰਦਰ ਕਹਿੰਦੇ ਹਨ। ਖਾਸ ਕਰਕੇ ਦੇਵੀਆਂ ਦੇਵਤਿਆਂ ਦੇ ਜਿਹੜੇ ਪੜਾਅ ਹੁੰਦੇ ਉਹਨਾਂ ਨੂੰ ਮੰਦਰ ਕਿਹਾ ਜਾਂਦਾ ਹੈ। ਪਰਮਾਤਮਾ ਦੇ ਘਰ ਦਾ ਨਾਮ ਹੀ ਮੰਦਰ ਹੈ। ਪਰਮਾਤਮਾ ਦਾ ਮੰਦਰ ਕਿਹੜਾ ਹੈ? ਹਰ ਕਾ ਮੰਦਰ ਸੋਹਣਾ। ਆ ਜਿਹੜਾ ਸੰਸਾਰ ਹੈ ਨਾ, ਪਰਮਾਤਮਾ ਦਾ ਮੰਦਰ ਹੈ। ਕੀਆ ਕਰਨੇ ਹਾਰ ਪਰਮਾਤਮਾ ਨੇ ਇਸ ਸੰਸਾਰ ਨੂੰ ਆਪ ਬਣਾਇਆ ਹੈ। ਮੰਦਰਾਂ ਵਿੱਚ ਲੋਕ ਸਜਾਵਟ ਕਰਦੇ, ਲਾਈਟਾਂ ਲਾਉਂਦੇ ਨੇ, ਚਾਨਣ ਕਰਦੇ, ਤੇ ਇਸ ਸੰਸਾਰ ਮੰਦਰ 'ਚ ਉਹਨੇ ਕਿਹੜੀਆਂ ਲਾਈਟਾਂ ਲਾਈਆਂ, ਕਿਹੜਾ ਚਾਨਣ ਕੀਤਾ, ਉਹ ਅੱਗੇ ਦੱਸਦੇ ਹਨ। ਰਾਵ ਸਾਸ ਦੀਪ ਅਨੂਪ ਜੋਤ, ਤ੍ਰਿਭਵਨ ਜੋਤ ਅਪਾਰ। ਰਵ ਨਾਮ ਹੈ ਸੂਰਜ ਦਾ, ਸੱਸ ਨਾਮ ਹੈ ਚੰਦਰਮਾ ਦਾ। ਰਵ ਸੱਸ ਦੀਪ, ਦੀਪ ਦਾ ਅਰਥ ਹੈ ਦੀਵੇ। ਉਹਨੇ ਰੋਸ਼ਨੀ ਕੀਤੀ ਹੈ ਮੰਦਰ ਵਿੱਚ, ਸੰਸਾਰ ਮੰਦਰ ਵਿੱਚ। ਇੱਕ ਦਿਨ ਸਮੇਂ ਇੱਕ ਰਾਤ ਸਮੇਂ, ਰਾਵ ਚੰਦ ਦੀਪਕ ਕੀਏ। ਗੁਰੂ ਨਾਨਕ ਦੇ ਪਾਤਸ਼ਾਹ ਨੇ ਕਈ ਥਾਵਾਂ ਤੇ ਇਹਨਾਂ ਦੀਵਿਆਂ ਦਾ ਜ਼ਿਕਰ ਕੀਤਾ ਹੈ। ਇਹ ਦੋ ਦੀਵੇ ਹਨ, ਅਨੂਪ ਕਹੀਏ ਸੁੰਦਰ, ਜੋਤ ਤ੍ਰਿਭਵਨ। ਤਿੰਨਾਂ ਭਵਨਾਂ ਵਿੱਚ ਹੀ ਉਹਦੀ ਅਪਾਰ ਪਰਮਾਤਮਾ ਦੀ ਆਪਣੀ ਜੋਤੀ ਹੈ। ਹੁਣ ਵਿਗਿਆਨੀ ਕਹਿੰਦੇ ਜੀ ਜਿਹੜਾ ਚੰਦਰਮਾ ਦੇ ਕੋਲ ਕੋਈ ਪ੍ਰਕਾਸ਼ ਰੌਸ਼ਨੀ ਹੈ ਹੀ ਨਹੀਂ। ਸੂਰਜ ਦੇ ਪ੍ਰਕਾਸ਼, ਸੂਰਜ ਦੀ ਰੌਸ਼ਨੀ ਪੈਂਦੀ ਤੇ ਤਾਂ ਚੰਦਰਮਾ ਜਿਹੜਾ ਉਹ ਚਮਕਦਾ। ਇਹ ਗੱਲ ਤਕਰੀਬਨ ਵਿਗਿਆਨੀਆਂ ਨੂੰ ਅੱਜ ਤੋਂ ਕੋਈ 60-70 ਸਾਲ ਪਹਿਲਾਂ ਪਤਾ ਲੱਗੀ। ਪਰ ਬਾਣੀ ਦੇ ਵਿੱਚ 500-550 ਸਾਲ ਪਹਿਲਾਂ ਲਿਖਿਆ ਕਿ ਰਬ ਘਰ ਸੱਸ ਘਰ ਸੂਰ ਵਸੈ ਮਿਟਿਆ ਦੇ ਆ। ਸੱਸ ਚੰਦਰਮਾ ਦੇ ਘਰ ਵਿੱਚ ਸੂਰਜ ਵਸਦਾ, ਸੂਰਜ ਦੀ ਰੌਸ਼ਨੀ ਪੈਂਦੀ ਤਾਂ ਫਿਰ ਚੰਦਰਮਾ ਚਮਕਦਾ ਹੈ। ਤੇ ਸੂਰਜ ਕੋਲ ਵੀ ਆਪਣੀ ਰੌਸ਼ਨੀ ਨਹੀਂ ਹੈ। ਸਾਹਿਬ ਇੱਥੇ ਕਹਿ ਰਹੇ ਨੇ ਕਿ ਸੂਰਜ ਦੇ ਕੋਲ ਵੀ ਜੋਤ ਜਿਹੜੀ ਪਰਮਾਤਮਾ ਦੀ ਹੈ। ਅਕਾਲ ਪੁਰਖ ਵਾਹਿਗੁਰੂ ਦੀ ਚੇਤਨ ਸੱਤਾ ਹੀ ਸੂਰਜ ਕੋਲ ਹੈ, ਉਹੀ ਚੇਤਨ ਸੱਤਾ ਹੀ ਚੰਦਰਮੇ ਕੋਲ ਹੈ। ਇਹ ਤ੍ਰਿਭਵਨ, ਤਿੰਨ ਭਵਨ ਜਿਹੜੇ ਨੇ, ਇੱਕ ਆ ਜਿੱਥੇ ਅਸੀਂ ਬੈਠੇ, ਇੱਕ ਸਾਡੇ ਤੋਂ ਥੱਲੇ, ਇੱਕ ਉੱਪਰ ਸਾਡੇ ਤੋਂ, ਇਹ ਤਿੰਨ ਭਵਨ ਹਨ। ਤਿੰਨਾਂ ਭਵਨਾਂ ਵਿੱਚ ਹੀ ਉਹਦੀ ਚੇਤਨ ਸੱਤਾ ਰੂਪੀ ਜੋਤੀ ਹੈ, ਤੇ ਉਹ ਜੋਤ ਅਪਾਰ ਜੋਤ ਹੈ, ਜਿਹਦਾ ਕੋਈ ਪਾਰਾਵਾਰ ਨਹੀਂ ਹੈ। ਉਹ ਜੋਤ ਉਸਨੇ ਚੰਦਰਮੇ ਤੇ ਸੂਰਜ ਨੂੰ ਬਖਸ਼ਿਸ਼ ਕਰਕੇ ਸੰਸਾਰ ਵਿੱਚ ਚਾਨਣ ਕੀਤਾ ਹੈ। ਆਕ ਪਟਣ
ਗੜ ਕੋਟੜੀ ਸਤ ਸੌਦਾ ਵਾਪਾਰ। ਹਾਟ ਕਹਿੰਦੇ ਨੇ ਹੱਡੀਆਂ ਨੂੰ, ਪੱਟਣ ਕਹਿੰਦੇ ਨੇ ਸ਼ਹਿਰਾਂ ਬਾਜ਼ਾਰਾਂ ਨੂੰ, ਗੜ ਕਹਿੰਦੇ ਕਿਲਿਆਂ ਨੂੰ, ਕੋਠੜੀਆਂ ਜਿਵੇਂ ਕੋਠੜੀਆਂ ਹੁੰਦੀਆਂ ਹਨ। ਸੱਚ ਸੌਦਾ ਵਪਾਰ, ਇਹਨਾਂ ਸਾਰਿਆਂ ਵਿੱਚ ਸੱਚਾ ਸੌਦਾ ਕਿਹੜਾ ਹੈ? ਨਾਮ ਦਾ ਵਪਾਰ ਕਰਨਾ। ਐਸ ਸੰਸਾਰ ਮੰਦਰ ਵਿੱਚ ਰਹਿ ਕਰਕੇ ਸੰਸਾਰ ਦੀਆਂ ਬਹੁਤ ਤਰ੍ਹਾਂ ਦੀਆਂ ਹੱਡੀਆਂ, ਪਰ ਇੱਕ ਬਾਬੇ ਨਾਨਕ ਦਾ ਹੱਟ ਹੈ, ਗੁਰੂ ਨਾਨਕ ਦਾ ਹੱਟ, ਜਿੱਥੋਂ ਸੱਚ ਦਾ ਸੌਦਾ ਮਿਲਦਾ। ਵੈਸੇ ਲੇਬਲ ਲਾ ਲੈਂਦੇ ਨੇ ਜੀ ਇਹ ਸੱਚਾ ਸੌਦਾ ਹੈ, ਲੋਕ ਧੜਾ ਧੜ ਬੱਸਾਂ ਭਰ ਭਰ ਕੇ ਤੁਰ ਪੈਂਦੇ ਨੇ। ਉਦੋਂ ਪਤਾ ਲੱਗਦਾ ਜਦੋਂ ਉੱਥੋਂ ਝੂਠ ਦਾ ਸੌਦਾ ਪਤਾ ਲੱਗਦਾ ਕਿ ਝੂਠਾ ਸੌਦਾ ਹੈ। ਸਾਹਿਬ ਕਹਿੰਦੇ ਸੱਚ ਸੌਦਾ ਵਪਾਰ। ਵਪਾਰ ਦਾ ਅਰਥ ਕੀ ਹੁੰਦਾ ਹੈ? ਲੈਣਾ ਤੇ ਦੇਣਾ, ਖਰੀਦ ਲੈਣੀ, ਉਹਨੂੰ ਵਪਾਰ ਕਹਿੰਦੇ ਨੇ। ਸੋ ਸੱਚਾ ਸੌਦਾ ਹਰ ਨਾਮ ਹੈ, ਪਰਮਾਤਮਾ ਦਾ ਨਾਮ ਹੀ ਸੱਚਾ ਸੌਦਾ ਹੈ। ਗੁਰਮੁਖ ਜਾਣੇ ਇਸ ਸੰਸਾਰ ਘਰ ਵਿੱਚ ਰਹਿੰਦੇ ਆ, ਇਸ ਮੰਦਰ ਵਿੱਚ ਰਹਿੰਦੇ ਆ, ਸੱਚ ਦੀ ਹੱਟੀ, ਗੁਰੂ ਹੱਟੀ ਹੈ ਸੱਚ ਦੀ। ਇੱਥੇ ਆ ਕਰਕੇ ਉਹ ਸੱਚ ਦਾ ਵਪਾਰ ਕਰਦੇ ਹਨ। ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਭਾਏ। ਇਹ ਪਤਾ ਕਿਵੇਂ ਲੱਗਦਾ ਕਿ ਸੱਚਾ ਸੌਦਾ? ਸਾਹਿਬ ਕਹਿੰਦੇ ਗੁਰੂ ਦੇ ਕੋਲੋਂ ਗਿਆਨ ਦਾ ਅੰਜਨ ਹੁੰਦਾ ਸੁਰਮਾ। ਗਿਆਨ ਦਾ ਅੰਜਨ ਸੁਰਮਾ ਹੈ, ਜਿਸ ਨਾਲ ਭੈ ਭੰਜਨਾ, ਭੈ ਦਾ ਅਰਥ ਹੈ ਡਰ, ਜਮਾ ਦਾ ਡਰ, ਭੰਜਨਾ ਭੱਜ ਜਾਂਦਾ ਹੈ। ਹਿਰਦੇ 'ਚ ਪ੍ਰੇਮ ਪੈਦਾ ਹੁੰਦਾ, ਉਸ ਪ੍ਰੇਮ ਦੁਆਰਾ ਦੇਖ ਨਿਰੰਜਨ ਭਾਏ ਦਾ ਅਰਥ ਹੈ ਪ੍ਰੇਮ। ਉਸ ਪ੍ਰੇਮ ਅਵਸਥਾ ਦੁਆਰਾ ਫਿਰ ਨਿਰੰਜਨ ਨੂੰ ਦੇਖ ਲਿਆ ਜਾਂਦਾ, ਪ੍ਰਤੱਖ ਸਾਖਸ਼ਾਤ ਉਹਦਾ ਦੀਦਾਰ ਹੋ ਜਾਂਦਾ ਹੈ। ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਏ। ਮਨ ਵਿੱਚ ਇੰਨੀ ਸੱਤਿਆ, ਇੰਨੀ ਸ਼ਕਤੀ ਹੈ। ਮਨ ਦਾ ਅਰਥ ਇੱਥੇ ਆਤਮਾ ਵੀ ਹੈ। ਇੰਨੀ ਸ਼ਕਤੀ ਕਿ ਜੇਕਰ ਮਨ ਸਥਿਰ ਹੋ ਜਾਏ ਨਾ, ਗੁਪਤ ਤੇ ਪ੍ਰਗਟ ਸਾਰੀਆਂ ਥਾਵਾਂ ਦਾ ਮਨ ਭੇਦ ਜਾਣ ਲੈਂਦਾ ਹੈ। ਅੱਜ ਤੋਂ ਕੋਈ 40-50 ਸਾਲ ਪਹਿਲਾਂ ਜਦੋਂ ਕੇਵਲ ਤਾਰਾਂ ਵਾਲੇ ਫੋਨ ਹੁੰਦੇ ਸਨ, ਉਦੋਂ ਤਾਂ ਸਮਝਦੇ ਸਨ ਜੀ ਹਾਂ ਤਾਰ ਨਾਲ ਹੀ ਆਵਾਜ਼ ਚਲੀ ਜਾਂਦੀ। ਅੱਜ ਮੋਬਾਈਲ ਨੇ, ਤੇ ਅੱਜ ਤੋਂ ਜਿਹੜਾ 100 ਸਾਲ ਪਿੱਛੇ ਮਨੁੱਖ ਹੋਵੇ ਨੂੰ ਕੋਈ ਦੱਸੀ ਜਾਵੇ ਇਹੋ ਜਿਹੀ ਗੱਲ ਕਿ ਇੱਥੇ ਬੈਠੇ ਫੋਟੋ ਨਾ ਵੇਖ ਲਈ ਦੀ ਗੱਲ ਹੋ ਜਾਂਦੀ, ਮੋਬਾਈਲ ਤੇ ਗੱਲਾਂ ਉਸੇ ਸਮੇਂ ਹੋ ਜਾਂਦੀ, ਕੋਈ ਨਹੀਂ ਮੰਨੇਗਾ ਕਿਉਂਕਿ ਉਹਨੇ ਉਸ ਚੀਜ਼ ਨੂੰ ਨਹੀਂ ਦੇਖਿਆ। ਇਸੇ ਤਰ੍ਹਾਂ ਜਿਹੜਾ ਆਤਮ ਮਾਰਗ ਦਾ ਪਾਂਦੀ ਉਹਨੂੰ ਪਤਾ ਹੁੰਦਾ ਹੈ ਕਿ ਇੱਥੇ ਬੈਠਿਆਂ ਹੀ ਤਿੰਨਾਂ ਲੋਕਾਂ ਦੀਆਂ ਗੱਲਾਂ ਸਾਰੀਆਂ ਸੁਣ ਲਈਦੀਆਂ ਤੇ ਵੇਖ ਵੀ ਲਈਦੀਆਂ ਕਿੱਥੇ ਕੀ ਹੋ ਰਿਹਾ ਹੈ। ਗੁਪਤ ਪ੍ਰਗਟ ਸਭ ਜਾਣੀਏ, ਤੇ ਜਿੰਨਾ ਚਿਰ ਚੀਜ਼ ਸਾਹਮਣੇ ਨਾ ਆਵੇ ਬੰਦਾ ਨਹੀਂ ਮੰਨ ਸਕਦਾ। ਗੁਰੂ ਸਾਹਿਬ ਕਹਿ ਰਹੇ ਨੇ ਗੁਪਤ ਕੀ ਵਰਤਦਾ ਹੈ ਤੇ ਪ੍ਰਗਟ ਕੀ ਹੈ। ਗੁਪਤ ਤੇ ਪ੍ਰਗਟ ਸਭ ਜਾਣੀਏ, ਸਾਰਾ ਕੁਝ ਜਾਣ ਲਈਦਾ ਕਦੋਂ? ਜੇ ਮਨ ਰਾਖੈ ਠਾਏ। ਠਾਏ ਦਾ ਅਰਥ ਹੈ ਟਿਕਾ ਕਰਕੇ ਇੱਕ ਥਾਂ ਤੇ ਰੱਖੇ। ਉਹ ਥਾਂ ਕਿਹੜਾ? ਗੁਰੂ ਦਾ ਸ਼ਬਦ। ਗੁਰੂ ਦੇ ਸ਼ਬਦ ਵਿੱਚ ਜੇਕਰ ਬੰਦਾ ਆਪਣੇ ਮਨ ਨੂੰ ਟਿਕਾ ਕਰਕੇ ਸਥਿਤ ਕਰਕੇ ਰੱਖ ਲਵੇ ਨਾ, ਮਨ ਇੰਨਾ ਸ਼ਕਤੀਸ਼ਾਲੀ ਹੋ ਜਾਂਦਾ, ਮਨ ਦੇ ਕੋਲੋਂ ਕੁਝ ਵੀ ਗੁੱਝਾ ਗੁਪਤ ਨਹੀਂ ਰਹਿੰਦਾ, ਸਗੋਂ ਸਾਰਾ ਕੁਝ ਜਿਹੜਾ ਗੁਪਤ ਹੈ ਪ੍ਰਗਟ ਸਭ ਜਾਣਗੇ, ਸਾਰਾ ਪ੍ਰਗਟ ਤੌਰ ਤੇ ਜਾਣ ਲਈਦਾ ਹੈ। ਐਸਾ ਸਤਿਗੁਰ ਜੇ ਮਿਲੈ ਸਹਜੇ ਲਏ ਵਿਦਾਈ। ਇਹੋ ਜਿਹਾ ਸਤਿਗੁਰੂ ਜਿਹੜਾ ਗਿਆਨ ਦਾ ਅੰਜਨ ਸੁਰਮਾ ਮਨ ਬੁੱਧ ਰੂਪੀ ਨੇਤਰਾਂ 'ਚ ਪਾ ਕੇ ਅਕਾਲ ਪੁਰਖ ਦਾ ਦੀਦਾਰ ਕਰਵਾ ਦਿੰਦਾ ਹੈ। ਇਹੋ ਜਿਹਾ ਸਤਿਗੁਰੂ ਜੇ ਮਿਲ ਪਵੇ ਤਾਂ ਸਹਿਜੇ ਲੈ ਬਰਾਏ। ਸਹਿਜੇ ਸੁਭਾਵਕ ਹੀ ਸੁਤੇ ਸਿੱਧ ਹੀ ਸਹਿਜ ਅਵਸਥਾ ਬਖਸ਼ ਕੇ ਮਾਲਕ ਨਾਲ ਮਿਲਾ ਲੈਂਦਾ ਹੈ। ਕਸਵੱਟੀ ਲਾਈਐ ਪਰਖੇ ਹਿਤ ਚਿਤ ਲਾਏ। ਪਰ ਇਹਦੇ ਵਾਸਤੇ ਕਸੌਟੀਆਂ ਵੀ ਬੜੀਆਂ ਲੱਗਦੀਆਂ ਹਨ। ਕਸ ਦਾ ਅਰਥ ਉਹ ਹੈ ਜੇ ਜਦੋਂ ਘਸਾਇਆ ਜਾਂਦਾ ਹੈ, ਜੋ ਸੁਨਿਆਰਿਆਂ ਦੇ ਪਾਸ ਇੱਕ ਵੱਟੀ ਜੀ ਹੁੰਦੀ ਹੈ ਤੇ ਉਹਦੇ ਉੱਪਰ ਸੋਨਾ ਘਸਾ ਕੇ ਵੇਖਦੇ ਕਾਲਾ ਹੋ ਗਿਆ ਤੇ ਉਹ ਨਕਲੀ ਹੈ, ਨਹੀਂ ਕੋਈ ਫਰਕ ਪਿਆ ਤੇ ਅਸਲੀ ਹੈ, ਉਹਨੂੰ ਕਸ ਬੋਲਦੇ ਹਨ, ਕਸਵੱਟੀ ਤੇ ਲਾ ਕਰਕੇ। ਸੋ ਘਸਾਉਣਾ ਕਸਵੱਟੀ ਉੱਪਰ ਲਾ ਕਰਕੇ ਉਹ ਸੁਨਿਆਰ ਜਾਂ ਜਵਾਰੀ ਪੰਥ ਜਿਵੇਂ ਕਰਦੇ ਸੀ, ਇਸ ਤਰ੍ਹਾਂ ਗੁਰੂ ਦੇ ਕੋਲ ਵੀ ਕਸ ਹੈ। ਬੜੀਆਂ ਕਸੌਟੀਆਂ ਨੇ ਸਤਿਗੁਰੂ ਦੇ ਪਾਸ। ਪਰਖੇ ਹਿਤ ਜਿਤ ਲਾ, ਹਿਤ ਪ੍ਰੇਮ ਲਾ ਕੇ ਤੇ ਜਿਤ ਲਾ ਕੇ ਗੁਰੂ ਵੀ ਪਰਖਦਾ ਹੈ ਸਿੱਖ ਦੇ ਜੀਵਨ ਕਿ ਕਿਸੇ ਤਰ੍ਹਾਂ ਦੀ ਖੋਟ ਮਿਲਾਵਟ ਨਾ ਰਹਿ ਜਾਏ। ਜੇਕਰ ਖੋਟ ਤੇ ਮਿਲਾਵਟ ਹੋਈ ਤੇ ਖਜ਼ਾਨੇ ਵਿੱਚ ਪੈਣ ਦੇ ਯੋਗ ਨਹੀਂ ਹੋਵੇਗਾ। ਖੋਟਾ ਸਿੱਕਾ ਖਜ਼ਾਨੇ 'ਚ ਨਹੀਂ ਪੈਂਦਾ। ਇਸੇ ਤਰ੍ਹਾਂ ਗੁਰੂ ਵੀ ਸਿੱਖ ਦੇ ਜੀਵਨ ਨੂੰ ਘੜਦਾ ਹੈ ਤੇ ਕਸਵੱਟੀਆਂ ਲਾਉਂਦਾ ਦੁੱਖਾਂ ਦੀਆਂ, ਰੁਕਾਵਟਾਂ ਦੀਆਂ। ਤੇ ਬੰਦਾ ਕਈ ਵਾਰੀ ਘਬਰਾ ਜਾਂਦਾ, ਜੀ ਮੈਨੂੰ ਨਾਮ ਜਪਦਿਆਂ ਸਿਮਰਨ ਕਰਦੇ ਇੰਨੇ ਬੰਧਨ, ਇੰਨੇ ਦੁੱਖ, ਇੰਨੀਆਂ ਮੁਸ਼ਕਲਾਂ,
ਪਰ ਸਾਹਿਬ ਕਹਿੰਦੇ ਗੁਰੂ ਕਸਵੱਟੀਆਂ ਲਾਉਂਦਾ, ਪਰਖਦਾ ਹੈ, ਸ਼ੁੱਧ ਕੁੰਦਨ ਬਣਾਉਂਦਾ ਹੈ, ਪ੍ਰੇਮ ਦੇ ਵਿੱਚ ਨਾਲ ਜਿੱਦ ਲਾ ਕੇ ਗੁਰੂ ਫਿਰ ਪਰਖਦਾ ਹੈ, ਕਸੌਟੀ ਤੇ ਲਾਉਂਦਾ ਹੈ, ਕਸ ਲਾਉਂਦਾ ਹੈ। ਕੋਟੇ ਠੌਰ ਨ ਪਾਏ ਜੀ, ਖਰੇ ਕਦਨ ਪਾਏ। ਗੁਰੂ ਦੀ ਕਸਵੱਟੀ ਵਿੱਚੋਂ ਬਾਬਾ ਕਬੀਰ ਸਾਹਿਬ ਦਾ ਬਚਨ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋ। ਜਿਹੜਾ ਮਰਜੀਵੜਾ ਹੋਵੇ ਰੱਬ ਦੀ ਕਸਵੱਟੀ ਤੇ ਉਹ ਖਰਾ ਉਤਰਦਾ, ਨਹੀਂ ਤਾਂ ਕੋਟੇ ਠੌਰ ਨਾ ਪਾਏ। ਠੌਰ ਦਾ ਤੁੰਦਾ ਥਾਂ, ਖੋਟਿਆਂ ਨੂੰ ਰੱਬ ਦੇ ਘਰ 'ਚ ਕੋਈ ਥਾਂ ਨਹੀਂ ਮਿਲਦੀ, ਨਾ ਪੈਣੀ ਨਹੀਂ ਪਾਈ ਜਾਂਦੀ, ਖਰੇ ਖਜ਼ਾਨੇ ਪਾਏ। ਜਿਹੜੇ ਖਰੇ ਨੇ, ਜਿਨ੍ਹਾਂ 'ਚ ਮਿਲਾਵਟ ਨਹੀਂ, ਸ਼ੁੱਧ ਤੇ ਪਵਿੱਤਰ ਹਨ, ਉਹ ਖਜ਼ਾਨੇ ਵਿੱਚ ਪਾ ਲੈ ਜਾਂਦੇ ਹਨ। ਇੱਕ ਥਾਂ ਤੇ ਸਾਹਿਬਾਂ ਦਾ ਬਚਨ, ਖਰੇ ਖਜ਼ਾਨੇ ਪਾਈਏ, ਖੋਟੇ ਸਟੀਏ ਬਾਹਰ ਬਾਹਰ। ਬਾਹਰ ਦੂਰ ਵਗਾ ਕੇ ਮਾਰੇ ਜਾਂਦੇ ਨੇ ਖੋਟੇ, ਤੇ ਸਾਹਿਬ ਕਹਿੰਦੇ ਜਿਹੜੇ ਖਰੇ ਨਾ ਸ਼ੁੱਧ ਨੇ ਉਹ ਰੱਬ ਦੇ ਆਪਣੇ ਖਜ਼ਾਨੇ ਵਿੱਚ, ਸੱਚਖੰਡ ਰੂਪੀ ਖਜ਼ਾਨੇ ਵਿੱਚ ਪਾ ਲੈ ਜਾਂਦੇ ਹਨ। ਆਸ ਅੰਦੇਸਾ ਦੂਰ ਕਰ, ਇਹੋ ਮਨ ਜਾਏ ਸਮਾਏ। ਆ ਦੋ ਵੱਡੇ ਤਖਤੇ ਬਾਣੀ, ਜਿਨ੍ਹਾਂ ਨੂੰ ਤਖਤੇ ਲਿਖਿਆ ਹੈ, ਬਿਮਾਰੀਆਂ ਨੇ, ਇੱਕ ਆਸ ਤੇ ਇੱਕ ਅੰਦੇਸਾ। ਅੱਜ ਦੇ ਮੁੱਖ ਵਾਕ ਵਿੱਚ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਜ਼ਿਕਰ ਕੀਤਾ ਹੈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਰਾਮ ਕਲੀ ਮਹੱਲਾ ਪਹਿਲਾ ਦੇ ਹੇਠ ਸਾਹਿਬਾਂ ਨੇ ਇਹਨਾਂ ਆਸਾ ਤੇ ਅੰਦੇਸੇ ਦੋ ਤਖਤਿਆਂ ਦਾ ਜ਼ਿਕਰ ਕੀਤਾ ਹੈ। ਆਸਾ ਅੰਦੇਸਾ ਦੋਏ ਪਟ ਜੜੇ, ਇਹ ਦੋ ਪਟ ਬੜੇ ਸਖਤ ਜੜੇ ਹੋਏ ਹਨ। ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸਾ ਅੰਦੇਸਾ ਦੋਏ ਪਟ ਜੜੇ। ਮਾਇਆ ਜਲ ਖਾਈ, ਮਾਇਆ ਦੀ ਜਿਹੜੀ ਉਹ ਖਾਈ ਹੈ ਤੇ ਵਿਸ਼ਾ ਵਿਕਾਰਾਂ ਦਾ ਜਲ ਹੈ। ਸਤ ਕੇ ਆਸਨ ਪੁਰਖ ਰਹਿਓ, ਪ੍ਰਮਾਤਮਾ ਸੱਚੀ ਆਸਨ ਤੇ ਰਹਿੰਦਾ ਹੈ। ਜਬ ਆਸਾ ਅੰਦੇਸਾ ਤਬ ਹੀ, ਜਿੰਨਾ ਚਿਰ ਬੰਦੇ ਦੇ ਮਨ 'ਚ ਆਸਾ ਨਾ, ਉਦੋਂ ਉਹਨਾਂ ਚਿਰ ਹੀ ਅੰਦੇਸਾ। ਅੰਦੇਸਾ ਦਾ ਅਰਥ ਹੁੰਦਾ ਹੈ ਫਿਕਰ, ਭਰਮ, ਸੰਦੇਹ, ਚਿੰਤਾ। ਤੇ ਆਸ ਦਾ ਅਰਥ ਆਪ ਨੂੰ ਪਤਾ ਹੀ ਹੈ ਕਿ ਮਨ ਦੀ ਤਾਂਘ, ਖਿੱਚ, ਸਦਰ, ਇੱਛਾ। ਜਿੰਨਾ ਚਿਰ ਆਸਾ ਨਾ, ਆਸਾ ਮਨਸਾ ਬੰਧਨੀ ਭਾਈ। ਸਾਹਿਬਾਂ ਨੇ ਇਹਨਾਂ ਨੂੰ ਬੰਧਨ ਆਖਿਆ ਹੈ। ਆਸਾ ਵੇਲਿਆਂ ਦਾ ਦੁੱਖ ਘਨਾ, ਆਸਾ ਮਰੇ ਨਾ ਜਾਏ। ਆਸ ਅੰਦੇਸਾ ਦੂਰ ਕਰ ਭਾਈ, ਆਸ ਤੇ ਅੰਦੇਸਾ ਇਹਨਾਂ ਦੋਵਾਂ ਨੂੰ ਦੂਰ ਕਰ ਦੇ। ਜਿਹੜੀਆਂ ਖਹਿਸ਼ਾਂ ਹਨ ਤੇ ਖਹਿਸ਼ਾਂ ਤੋਂ ਪੈਦਾ ਹੋਈਆਂ ਅੰਦੇਸਾ ਚਿੰਤਾਵਾਂ ਹਨ, ਫਿਕਰ ਤੇ ਝੋਰੇ ਨੇ, ਇਹਨਾਂ ਨੂੰ ਦੂਰ ਕਰ ਦੇ। ਫਿਰ ਕੀ ਹੁੰਦਾ, ਇਉਂ ਮਨ ਜਾਏ, ਇਸ ਤਰ੍ਹਾਂ ਹਉਮੈ ਦੀ ਮੈਲ ਜਾਏ, ਚਲੀ ਜਾਵੇਗੀ ਤੇ ਸਮਾਏ ਪਰਮਾਤਮਾ ਵਿੱਚ ਸਮਾਏ, ਸਮਾ ਜਾਵੇਗਾ, ਲੀਨ ਹੋ ਜਾਏਗਾ। ਸੁਖ ਕੋ ਮਾਗੈ ਸਭ ਕੋ, ਦੁਖ ਨ ਮਾਗੈ ਕੋਈ। ਸੰਸਾਰ ਦਾ ਹਰ ਬੰਦਾ ਆਦਿ ਕਾਲ ਤੋਂ ਸੁਖ ਦਾ ਮੁਤਲਾਸ਼ੀ, ਸੁਖ ਦਾ ਢੁੰਡਾਊ, ਸੁਖ ਦਾ ਚਾਹਵਾਨ, ਸੁਖ ਦੀ ਪ੍ਰਾਪਤੀ ਦੀ ਇੱਛਾ ਰੱਖਣ ਵਾਲਾ ਹੈ। ਸੁਖ ਕਉ ਦਾ ਅਰਥ ਹੈ ਨੂੰ, ਸੁਖ ਨੂੰ ਮੰਗੈ ਸਭ, ਹਰ ਕੋਈ ਮੰਗਦਾ ਹੈ ਕਿ ਸੁਖ ਮਿਲੇ। ਬੱਚਿਆਂ ਨੂੰ ਅੱਜ ਕੱਲ੍ਹ ਗਰਮੀ ਦਾ ਮੌਸਮ, ਆਈਸਕ੍ਰੀਮ ਉਹ ਚਾਹੁੰਦੇ ਕਿ ਖਾਈਏ, ਸੁਖ ਮਿਲਦਾ, ਜ਼ਬਾਨ ਨੂੰ ਰਸ ਮਿਲਦਾ ਹੈ, ਚੰਗੀ ਲੱਗਦੀ ਹੈ, ਹਰ ਕੋਈ ਸੁਖ ਚਾਹੁੰਦਾ ਹੈ। ਸਾਹਿਬ ਕਹਿੰਦੇ ਸੁਖ ਕੋ ਮੰਗੈ ਸਾਧੂ, ਪਰ ਕੋਈ ਦੁੱਖ ਵੀ ਮੰਗਦਾ। ਸਾਹਿਬ ਕਹਿੰਦੇ ਨਹੀਂ, ਦੁੱਖ ਨਾ ਮੰਗੇ ਕੋਈ, ਦੁੱਖ ਕੋਈ ਨਹੀਂ ਮੰਗਦਾ, ਹਰ ਕੋਈ ਸੁੱਖ ਹੀ ਚਾਹੁੰਦਾ ਹੈ। ਤੇ ਕੀ ਹਰ ਇੱਕ ਨੂੰ ਸੁੱਖ ਮਿਲ ਜਾਂਦਾ? ਨਹੀਂ। ਤਾਈਏ ਸਾਹਿਬਾਂ ਕਿਹਾ ਕਿ ਸੁੱਖ ਦੁੱਖ ਦੋਏ ਤਰ ਕੱਪੜੇ ਪਹਿਰੇ ਜਾਏ ਮਨੁੱਖ। ਸੁੱਖ ਤੇ ਦੁੱਖ ਦੋ ਕੱਪੜੇ ਬਸਤਰ ਨੇ, ਕਦੀ ਸੁੱਖ ਆਉਂਦਾ ਤੇ ਕਦੀ ਦੁੱਖ ਆਉਂਦਾ। ਹਾਂ, ਸੁੱਖ ਚਾਹੁੰਦੇ ਹੋਣਾ, ਜਾਓ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਦੇ, ਉਹਦੀ ਸ਼ਰਨ ਵਿੱਚ ਹੀ ਸੁੱਖ ਹੈ, ਨਹੀਂ ਤਾਂ ਫਿਰ ਦੁੱਖ ਵੀ ਆਉਂਦਾ। ਹਰ ਕੋਈ ਸਾਹਿਬ ਕਹਿੰਦੇ ਸੁੱਖ ਚਾਹੁੰਦਾ, ਦੁੱਖ ਨੂੰ ਕੋਈ ਨਹੀਂ ਮੰਗਦਾ। ਪਰ ਹੁੰਦਾ ਕੀ ਹੈ, ਸੁੱਖ ਮਾਗਤ ਦੁੱਖ ਅੱਗੇ ਆਵੇ। ਮੰਗਿਆ ਸੁੱਖ ਪਰ ਦੁੱਖ ਅੱਗੇ ਆ ਜਾਂਦਾ। ਸੋ ਸੁੱਖ ਹਮੋ ਨਾ ਮੰਗਿਆ ਭਾਵੇਂ, ਇਹੋ ਜਿਹਾ ਸੁੱਖ ਮੰਗਣਾ ਸਾਨੂੰ ਚੰਗਾ ਨਹੀਂ ਲੱਗਦਾ। ਸੁਖ ਕਉ ਦੁਖ ਅਕਲਾ, ਮਨ ਮੁਖ ਭੂਲ ਨਾ ਪਾਰ ਹੋਏ। ਜਿੱਦਾਂ ਸੁਖੇ ਕਉ ਸੁੱਖ ਮੰਗ ਲਿਆ ਨਾ ਕਿ ਸਾਨੂੰ ਸੁੱਖ ਹੀ ਚਾਹੀਦਾ। ਸਾਹਿਬ ਕਹਿੰਦੇ ਜਦੋਂ ਪਦਾਰਥਾਂ ਦਾ ਸੁੱਖ ਆ ਜਾ, ਫਿਰ ਦੁੱਖ ਅਕਲਾ, ਫਿਰ ਬਹੁਤਾ ਦੁੱਖ ਵੀ ਆ ਜਾਂਦਾ ਹੈ। ਵਿਦਵਾਨ ਕਹਿੰਦੇ ਕਿ ਸੁੱਖ ਤੇ ਦੁੱਖ ਸਾਡੇ ਅੰਦਰ ਦੋ ਰੱਖਣੇ ਨੇ।
ਤੇ ਜਦੋਂ ਬੰਦਾ ਸੁਖੀ ਹੁੰਦਾ, ਖੁਸ਼ੀ ਵਿੱਚ ਹੁੰਦਾ, ਨਾ ਨੱਚਦਾ ਟੱਪਦਾ ਹੈ, ਸਮਝੋ ਕਿ ਉਹ ਦੁੱਖ ਨੂੰ ਆਵਾਜ਼ਾਂ ਮਾਰਦਾ, ਦੁੱਖ ਸੁੱਤਾ ਹੁੰਦਾ ਉੱਠ ਪੈਂਦਾ ਹੈ। ਫਿਰ ਵੱਡੇ ਵੱਡੇ ਹਸਪਤਾਲਾਂ ਵਿੱਚ ਵੱਡੇ ਵੱਡੇ ਬੈੱਡਾਂ ਤੇ ਵੱਡੀਆਂ ਵੱਡੀਆਂ ਮਸ਼ੀਨਾਂ ਵਿੱਚ ਲੱਗਦਾ। ਗੁਰੂ ਸਾਹਿਬ ਕਹਿੰਦੇ ਭਾਈ ਜਦੋਂ ਜ਼ਿਆਦਾ ਹੀ ਸੁੱਖ ਕੋਈ ਮੰਗ ਲਵੇ ਨਾ, ਪਦਾਰਥਾਂ ਦਾ ਸੁੱਖ, ਵਿਸ਼ਿਆਂ ਦਾ ਵੀ ਸੁੱਖ ਹੁੰਦਾ ਹੈ, ਕਾਮ ਦਾ ਵੀ ਸੁੱਖ ਹੈ। ਬਾਣੀ ਵਿੱਚ ਇਸ ਦਾ ਵੀ ਸਾਹਿਬਾਂ ਜ਼ਿਕਰ ਕੀਤਾ ਹੈ, ਨਿਮਖ ਸਵਾਦ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਪਾਵੈ, ਘਈ ਬਹੁਤ ਰੰਗ ਮਾਣੈ, ਫਿਰ ਬਹੁਰ ਕੌਰ ਪਛਤਾਵੈ। ਸਾਹਿਬ ਕਹਿੰਦੇ ਸੁੱਖ ਮੰਗਿਆ, ਦੁੱਖ ਅਗਲਾ ਬਹੁਤਾ ਦੁੱਖ ਆ ਗਿਆ ਤੇ ਮਨ ਮੁਖ ਨੂੰ ਬੂਝ ਨਾ ਹੋਏ, ਸਮਝ ਨਹੀਂ ਪੈਂਦੀ ਕਿ ਦੁੱਖ ਕਿਉਂ ਆਇਆ ਹੈ। ਸੁਖ ਦੁਖ ਸਮ ਕਰ ਜਾਣੀਐ, ਸ਼ਬਦ ਭੇਦ ਸੁਖ ਹੋਏ। ਅੱਜ ਦੇ ਮੁੱਖ ਵਾਕ ਦਾ ਪਹਿਲਾ ਬੰਦ ਹੀ ਇਹ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤਰਵੈਣੀ ਲਿਖਿਓ ਸ਼ਬਦ ਉਚਾਰਨ ਕੀਤਾ ਹੈ। ਬ੍ਰਹਮ ਗਿਆਨ ਦੀ ਅਵਸਥਾ ਦਾ ਉਸ ਵਿੱਚ ਵਰਣਨ ਹੈ, ਬ੍ਰਹਮ ਗਿਆਨੀ ਦੀ ਅਵਸਥਾ ਵਰਣਨ ਕੀਤੀ ਹੈ। ਸੋ ਇੱਥੇ ਵੀ ਸਾਹਿਬ ਉਹੀ ਕਹਿ ਰਹੇ ਨੇ ਭਾਈ, ਸੁੱਖ ਤੇ ਦੁੱਖ ਨੂੰ ਸਮ ਬਰਾਬਰ ਕਰਕੇ ਜਾਣ ਲਈਏ। ਸ਼ਬਦ ਦੇ ਦੁਆਰਾ ਮਨ ਨੂੰ ਭੇਦ ਕੇ ਸੁੱਖ ਪ੍ਰਾਪਤ ਹੁੰਦਾ ਹੈ। ਸ਼ਬਦ ਭੇਦ ਸੁੱਖ ਹੋਏ, ਸ਼ਬਦ ਦੁਆਰਾ ਜਦ ਹਿਰਦਾ ਵਿਨਿਆ ਜਾਏ ਫਿਰ ਸਦੀਵੀ ਸੁੱਖ ਪ੍ਰਾਪਤ ਹੁੰਦਾ ਹੈ। ਵੇਦ ਪੁਕਾਰੇ ਵਾਚੀਐ, ਬਾਣੀ ਬ੍ਰਹਮ ਵਿਆਸ। ਵੇਦ ਪੁਕਾਰਦਾ ਹੈ, ਬਾਜੀਏ ਦਾ ਅਰਥ ਆਵਾਜ਼ ਕਰਨਾ, ਅੰਗਰੇਜ਼ੀ ਵਿੱਚ ਆਵਾਜ਼ ਦਾ ਅਰਥ ਹੁੰਦਾ ਹੈ ਵੇਖ ਲੈਣਾ, ਪਰਖ ਲੈਣਾ, ਨਿਰਣਾ ਕਰ ਲੈਣਾ। ਸਾਹਿਬ ਕਹਿੰਦੇ ਬਾਣੀ ਬ੍ਰਹਮ ਵਿਆਸ, ਬਾਣੀ ਹੈ ਬ੍ਰਹਮਾ ਦੀ ਵਿਆਸ ਜੀ ਨੇ ਉਹਨਾਂ ਨੂੰ ਲਿਖਤੀ ਰੂਪ ਦਿੱਤਾ। ਕਹਿੰਦੇ ਕਈ ਹਜ਼ਾਰ ਸਾਲ ਪਹਿਲਾਂ ਦੀ ਇਹ ਘਟਨਾ ਕਹਿੰਦੇ। ਸੋ ਕਹਿੰਦੇ ਇਹ ਵੇਦ ਵੀ ਪੁਕਾਰ ਕੇ ਬ੍ਰਹਮਾ ਜੀ ਦੀ ਬਾਣੀ, ਚਾਰ ਵੇਦ ਵਿਆਸ ਜੀ ਦੀ ਲਿਖਤ, ਇਹਨਾਂ ਨੂੰ ਵਾਚ ਕੇ ਪਰਖ ਕੇ ਵੇਖ ਲਓ। ਇਹ ਵੀ ਪੁਕਾਰਦੇ ਕੀ ਕਹਿੰਦੇ ਹਨ, ਮਨ ਜਨ ਸੇਵਕ ਸਾਧਿਕਾ, ਨਾਮ ਰਤੇ ਗੁਣ ਤਾਸ। ਇਹਨਾਂ ਤੋਂ ਇਲਾਵਾ ਮੁਨੀ ਜਨ ਸੇਵਕ, ਸਾਧਨਾ ਕਰਨ ਵਾਲੇ ਸਾਧਕ ਜਨ ਜਿਹੜੇ ਨਾਮ ਦੇ ਰੰਗ ਵਿੱਚ ਰਤੇ, ਗੁਰਦਾਸ, ਗੁਣਾਂ ਦੇ ਖਜ਼ਾਨੇ। ਪਰਮਾਤਮਾ ਦੀ ਪ੍ਰਾਪਤੀ ਕਦੋਂ ਹੋਈ, ਜਦੋਂ ਨਾਮ ਦੇ ਰੰਗ ਵਿੱਚ ਰੰਗੇ ਗਏ। ਸਾਹਿਬ ਕਹਿੰਦੇ ਵੇਦਾਂ ਸ਼ਾਸਤਰਾਂ ਨੂੰ ਪੁੱਛ ਕੇ ਵੇਖ ਲਓ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਸੱਚ ਰਤੇ ਸੇ ਜਿਣ ਗਏ, ਹਉ ਸਤ ਬਲਿਹਾਰੈ ਜਾਸ। ਜੀਵਨ ਦੀ ਬਾਜੀ ਕਿਹੜੇ ਜਿੱਤ ਕੇ ਗਏ। ਸਾਹਿਬ ਕਹਿੰਦੇ ਜਿਹੜੇ ਸੱਚ ਰਤੇ, ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ, ਸੇ ਜਿਣ ਗਏ। ਜਿਣ ਦਾ ਅਰਥ ਹੈ ਜਿੱਤ ਗਏ, ਜੀਵਨ ਦੀ ਬਾਜੀ ਜਿੱਤ ਗਏ। ਹਉ ਸਤ ਬਲਿਹਾਰੇ ਜਾਸ, ਜਾ ਸਕੇ ਜੀ ਜਾਂਦਾ ਹਾਂ, ਮੈਂ ਉਹਨਾਂ ਗੁਰਮੁਖਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਂਦਾ ਹਾਂ। ਜਹ ਜੁਗ ਮੈਲੇ ਮਨ ਭਰੇ, ਜਿਨ ਮੁਖ ਨਾਮ ਨਾ ਹੋਏ। ਇਹੋ ਜਿਹੇ ਬੰਦੇ ਪਾਉ ਭਾਵੇਂ ਸਤਿਯੁਗ ਕਿਉਂ ਨਾ ਹੋਵੇ, ਹਾਂ ਚੌਹਾਂ ਯੁੱਗਾਂ ਦੇ ਵਿੱਚ ਮੈਲੇ ਨੇ ਤੇ ਮਲ ਦੇ ਨਾਲ ਭਰੇ ਨੇ, ਜਿਨ੍ਹਾਂ ਦੇ ਮੁਖ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਹੁੰਦਾ, ਜਿਹੜੇ ਨਾਮ ਨਹੀਂ ਜਪਦੇ, ਉਹ ਸਦਾ ਹੀ ਮੈਲੇ ਹਨ, ਭਾਵੇਂ ਸਤਿਯੁਗ ਵਿੱਚ ਕਿਉਂ ਨਾ ਹੋਣ। ਭਗਤੀ ਭਾਏ ਵੀ ਉਮਰਿਆ, ਮੂਹ ਕਾਲਾ ਪਤ ਹੋਏ। ਜਿਹੜਾ ਭਗਤੀ ਦੇ ਭਾਏ, ਵਾਹਿਗੁਰੂ ਦੇ ਭਾਏ, ਪ੍ਰੇਮਾ ਭਗਤੀ ਤੋਂ ਵਿਹੋੜਿਆਂ ਦਾ ਥੁੰਦਾ ਖਾਲੀ ਹੈ, ਸਖਣਾ ਹੈ। ਉਹ ਮੂੰਹ ਕਾਲਾ ਲੈ ਕੇ ਪਤ ਗਵਾ ਕੇ ਛੁੱਟ ਕੇ ਪ੍ਰਲੋਕ ਦੇ ਰਾਹ ਪੈ ਜਾਂਦਾ ਹੈ। ਦਾਗ ਦੋਸ ਮੋਹਿ ਚਲਿਆ ਲਾਏ, ਦਰਗਹਿ ਬੈਸਰ ਨਾਹੀ ਜਾਏ। ਜਿੰਦੇ ਨਾਮ ਵਿਸਾਰਿਆ, ਆਪਣ ਮੁਠੀ ਰੋਏ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਵਿਸਾਰ ਭੁਲਾ ਦਿੱਤਾ, ਉਹ ਔਗਣਾਂ ਵਿੱਚ ਮੁੱਠੀ ਦਾ ਲੁੱਟੇ ਗਏ। ਉਹ ਜੀਵ ਇਸਤਰੀ ਔਗਣਾਂ ਵਿੱਚ ਲੁੱਟੀ ਗਈ ਤੇ ਅਖੀਰ ਫਿਰ ਰੋਏ ਰੋਂਦੀ ਹੈ। ਖੋਜਤ ਖੋਜਤ ਪਾਇਆ, ਡਰ ਕਰ ਮਿਲੈ ਦਿਲਾਏ। ਖੋਜ ਕਰਦਿਆਂ, ਲੱਭਦਿਆਂ, ਢੂੰਡਦਿਆਂ ਗੁਰੂ ਪਾਇਆ, ਗੁਰੂ ਪ੍ਰਾਪਤ ਹੋ ਗਿਆ। ਫਿਰ ਗੁਰੂ ਦਾ ਜਦੋਂ ਡਰ ਪਏ, ਅਦਬ ਮਨ ਵਿੱਚ ਧਾਰਿਆ ਨਾ, ਡਰ ਕਰ ਮਿਲੇ ਮਿਲਾਏ। ਗੁਰੂ ਦੇ ਡਰ ਭੈ ਕਰਕੇ ਹੀ ਗੁਰੂ ਦਾ ਮਿਲਾਇਆ ਹੋਇਆ ਜੀਵ ਪ੍ਰਮਾਤਮਾ ਨਾਲ ਮਿਲਦਾ ਹੈ। ਖੋਜਤ ਪਾਇਆ, ਲੱਭਦਿਆਂ ਲੱਭਦਿਆਂ ਹੀ ਗੁਰੂ ਪ੍ਰਾਪਤ ਹੁੰਦਾ। ਤੇ ਸਾਹਿਬ ਕਹਿੰਦੇ ਜਦੋਂ ਗੁਰੂ ਦਾ ਡਰ ਕਰ ਮਿਲੇ ਮਿਲਾਏ, ਭੈ ਕਰਕੇ, ਅਦਬ ਕਰਕੇ ਹੀ ਗੁਰੂ ਦਾ ਮਿਲਾਇਆ ਜੀਵ ਪ੍ਰਮਾਤਮਾ ਨੂੰ ਮਿਲਦਾ ਹੈ। ਆਪ ਪਛਾਣੈ ਘਰ ਵਸੈ, ਹਉਮੈ ਕ੍ਰਿਸ਼ਨਾ ਜਾਏ। ਜਦੋਂ ਬੰਦਾ ਆਪਣੇ ਆਪੇ ਨੂੰ ਪਛਾਣ ਲੈਂਦਾ ਹੈ, ਫਿਰ ਘਰ ਵਸੇ, ਆਤਮ ਸਰੂਪ ਦੇ ਘਰ ਵਿੱਚ ਵਸਦਾ ਹੈ। ਜਿਸ ਨੂੰ ਸਾਹਿਬਾਂ ਕਿਹਾ ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬੌਰ ਨ ਹੋਏ ਕੋ ਫੇਰਾ। ਉਸ ਘਰ ਵਿੱਚ ਵਸਦਾ ਹੈ, ਉੱਥੇ ਫਿਰ ਹਉਮੈ ਤੇ ਤ੍ਰਿਸ਼ਨਾ ਚਲੀ ਜਾਂਦੀ ਹੈ। ਕਦੋਂ ਜਾਂਦੀ? ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਸੋ ਤ੍ਰਿਸ਼ਨਾ ਤੇ ਜਿਹੜੀ ਹਉਮੈ ਹੈ ਉਹ ਸਾਰੀ ਮੁੱਕ ਜਾਂਦੀ ਹੈ।
ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਉਸ ਨੌਜਵਾਨ ਨੂੰ ਸਾਹਿਬਾਂ ਦੱਸਿਆ ਕਿ ਮਿੱਤਰਾ ਉਹ ਨਿਰਮਲਾ ਪੁੱਜਰ ਪਵਿੱਤਰ ਜੀਵਨ ਵਾਲਾ ਜੋ ਨਾ ਰਾਤੇ ਹਰ ਨਾਏ, ਰਾਤੇ ਦਾ ਅਰਥ ਰੰਗੇ ਗਏ, ਹਰ ਨਾਏ ਹਰੀ ਦੇ ਨਾਮ ਰੰਗ ਵਿੱਚ। ਉਹੀ ਨਿਰਮਲ ਤੇ ਪਵਿੱਤਰ ਜੀਵਨ ਵਾਲੇ ਉਜਲੇ ਹਨ, ਸ਼ੁੱਧ ਪਵਿੱਤਰ ਹਨ, ਜਿਹੜੇ ਵਾਹਿਗੁਰੂ ਦੇ ਨਾਮ ਦੇ ਜਲ ਨਾਲ ਇਸ਼ਨਾਨ ਕਰਕੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ। ਭਾਈਏ ਸਾਹਿਬਾਂ ਕਿਹਾ ਹੈ ਕਿ ਜਿਨੀ ਨਾਮ ਧਿਆਇਆ ਗੈਲ ਸਕਤ ਕਾ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ। ਤੇਰਾ ਮੁਖ ਉਜਲਾ ਹੋ ਜਾਏਗਾ ਲੋਕ ਪਰਲੋਕ ਵਿੱਚ। ਨਾਨਕ ਨਿਰਮਲ ਉਜਲੇ, ਉਹ ਗੁਰਮੁਖ ਨਿਰਮਲ ਜੀਵਨ ਵਾਲੇ ਉਜਲੇ ਪਵਿੱਤਰ ਨੇ, ਜੋ ਰਾਤੇ ਹਰ ਨਾਏ, ਜੋ ਜਿਹੜੇ ਹਰੀ ਦੇ ਨਾਏ ਨਾਮ ਦੇ ਰੰਗ ਵਿੱਚ ਰੰਗੇ ਗਏ, ਪਰਮਾਤਮਾ ਦੇ ਪਿਆਰ ਵਿੱਚ ਲੀਨ ਹੋ ਗਏ। ਸਾਹਿਬ ਦੀ ਕਿਰਪਾ ਕਰਨ, ਸਤਿਗੁਰੂ ਦਾ ਬਖਸ਼ਿਆ ਦੇ ਸਾਡੇ ਹਿਰਦੇ ਵਿੱਚ ਵਸੇ। ਇਸ ਸ਼ਬਦ ਦਾ ਭਾਵ ਹੈ ਕਿ ਬੰਦੇ ਜੀਵਨ ਦੀਆਂ ਔਗਣ ਬੁਰਾਈਆਂ ਬਦੀਆਂ ਦੂਰ ਕਰਕੇ ਕੱਢ ਕੇ ਹੀ ਪਰਮਾਤਮਾ ਨਾਲ ਸਾਂਝ ਪੈ ਸਕਦੀ। ਪਰਮਾਤਮਾ ਬੜਾ ਨਿਰਮਲ ਸ਼ੁੱਧ ਤੇ ਪਵਿੱਤਰ ਹੈ, ਉਹਦੇ ਨਾਲ ਪਵਿੱਤਰ ਹਿਰਦਾ ਹੀ ਮਿਲ ਸਕਦਾ, ਪਵਿੱਤਰ ਆਤਮਾ ਹੀ ਉਹਦੇ ਨਾਲ ਮੇਲ ਗੇਲ ਕਰ ਸਕਦੀ ਹੈ। ਪਾਪੀ ਆਤਮਾ ਦਾ ਉਹਦੇ ਨਾਲ ਕੋਈ ਮੇਲ ਮਿਲਾਪ ਨਹੀਂ ਹੈ। ਜੀਵਨ ਨੂੰ ਪਵਿੱਤਰ ਬਣਾਉਣਾ ਹੀ ਮਨੁੱਖਾ ਜੀਵਨ ਦਾ ਲਕਸ਼ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਕੱਪ ਦੇ ਸਾਡੇ ਹਿਰਦੇ 'ਚ ਵਸੇ ਹੋਈਆਂ ਬੇਅੰਤ ਫੁੱਲਾਂ ਦੀ ਮਾਫੀ ਗੁਰੂ ਸਾਹਿਬ ਗੁਰੂ ਕੀ ਸੰਗਤ ਆਪ ਜੀ ਬਖਸ਼ਨਹਾਰ ਬੰਦੀ ਬਖਸ਼ਣਾ ਨਾਮੇ ਵਾਸਤੇ ਸਮਤ ਬਖਸ਼ਣੀ ਦੀ। ਆਪ ਪਛਾਣੈ ਘਰ ਵਸੈ, ਹਉਮੈ ਤਿਸ ਨਾ ਜਾਏ, ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।